गुरुदेव जय गुरुदेव धन गुरुदेव। कोई जाने ना जाने मेरा सतगुर दिल दियां जाने, कोई जाने ना जाने मेरा सतगुर दिल दिया जाने। कोई जाने ना जाने मेरा सतगुर दिल दियां जाने, सतगुर दिल दियां जाने कांछी वाला दिल दियां जाने। कोई जाने ना जाने मेरा सतगुर दिल दियां जाने। ਪਿੰਡ ਜਗਤਪੁਰ ਜੱਟਾਂ ਦੇ ਸਮੂਹ ਨਿਵਾਸੀਓ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡੇ ਨਾਲ ਦੋ ਚਾਰ ਗੱਲਾਂ ਟੀਮ ਬਾਰੇ ਤੇ ਤੁਹਾਡੇ ਆਪਣੇ ਨਾਲ ਸੰਬੰਧਿਤ ਗੱਲਾਂ ਦੇ ਪਾਤਰੋਂ ਸਾਡੇ ਵਿਚਕਾਰ ਮੇਰੇ ਵੱਡੇ ਵੀਰ ਜਰਨੈਲ ਨੰਗਲ ਜੀ, ਜਿਨ੍ਹਾਂ ਨੂੰ ਅਸੀਂ ਅਜੇ ਪਰਸੋਂ ਹੀ ਪੰਡੋਰੀ ਵਿਖੇ ਸੁਣ ਕੇ ਹਟੇ ਹਾਂ, ਤੇ ਉਹਨਾਂ ਦੇ ਨਾਲ ਹਰਭਜਨ ਸੁਮਨ ਜੀ, ਅੰਬੇਦਕਰ ਸੈਨਾ ਮੂਲ ਨਿਵਾਸੀ ਦੇ ਪ੍ਰਧਾਨ ਚਰਨਜੀਤ ਬਿੱਲਾ ਜੀ ਤੇ ਉਹਨਾਂ ਦੇ ਸਾਥੀ ਸੁਖਦੇਵ ਸਿੰਘ ਗੁਲਾਬਗੜ੍ਹ ਜੀ, ਨਿਤਨ ਥਾਬਲਕੇ, ਜੋਨ ਨੱਥੇਵਾਲ ਤੇ ਉਹਨਾਂ ਦੇ ਨਾਲ ਜਿੰਨੇ ਵੀ ਇੱਥੇ ਸਾਥੀ ਪਹੁੰਚੇ ਆ। ਅਸੀਂ ਪਿੰਡ ਜਗਤਪੁਰ ਜੱਟਾਂ ਦੇ ਪ੍ਰਬੰਧਕਾਂ ਵੱਲੋਂ ਤੇ ਆਪਣੀ ਟੀਮ ਪ੍ਰਵਾਸ ਰੰਗਮੰਚ ਵੱਲੋਂ ਉਹਨਾਂ ਦਾ ਇੱਥੇ ਪਹੁੰਚਣ ਤੇ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਜੀ ਆਇਆਂ ਨੂੰ। ਜਦੋਂ ਪ੍ਰੋਗਰਾਮ ਸ਼ੁਰੂ ਕਰਨ ਲੱਗੇ ਤਾਂ ਬੜੀ ਖੁਸ਼ੀ ਹੋਈ ਦੇਖ ਕੇ ਕਿ ਨਾਲ ਦੀ ਨਾਲ ਹੀ ਸਨਮਾਨ ਵਗੈਰਾ ਜਿਹੜੇ ਬੱਚੇ ਬੋਲ ਰਹੇ ਆ ਉਹਨਾਂ ਨੂੰ ਦੇ ਕੇ ਤੋਰਿਆ ਜਾਂਦਾ। ਵਧੀਆ ਗੱਲ ਆ, ਬਹੁਤ ਸੋਹਣੀ ਗੱਲ ਲੱਗੀ। ਪਰ ਇੱਕ ਜਿਹੜੀ ਰਸਮ ਹੁੰਦੀ ਆ, ਜਿਵੇਂ ਸਨਮਾਨ ਪਹਿਲਾਂ ਕੀਤੇ ਜਾਂਦੇ ਆ, ਅੱਜ ਕੱਲ ਕੀ ਆ, ਹੋੜ ਜੀ ਲੱਗੀ ਹੋਈ ਹੈ। ਜੇ ਸਾਡੇ ਵਰਗੇ ਨੇ ਕਿਸੇ ਨੇ ਬੋਲਣਾ ਵੀ ਆ ਤਾਂ ਆਪਦਾ ਬੋਲ ਕੇ ਤੁਰਦਾ ਬਣਦਾ। ਹਰ ਇੱਕ ਥਾਂ ਇਹੀ ਹੁੰਦਾ ਹੈ। ਇਹ ਕੋਈ ਅੱਜ ਦਾ ਨਵਾਂ ਸਾਡਾ ਕੰਮ ਨਹੀਂ ਹੈਗਾ, ਪਰ ਜੇ ਬੱਚੇ ਬਾਹਰੋਂ ਵੀ ਆਏ ਤਾਂ ਉਹਨਾਂ ਦਾ ਵਿਚਾਲ ਦੀ ਸਨਮਾਨ ਕਰ ਦੇਣਾ ਚਾਹੀਦਾ ਸੀ। ਤੇ ਚਲੋ ਉਹ ਗੱਲਾਂ ਕੋਈ ਜ਼ਿਆਦਾ ਉਹ ਨਹੀਂ ਰੱਖਦੀਆਂ। ਆਪਾਂ ਜ਼ਿਆਦਾ ਦੇਰ ਨਾ ਲਾਉਂਦੇ ਹੋਏ ਪ੍ਰਵਾਸ ਰੰਗਮੰਚ ਦੀ ਪਹਿਲੀ ਪੇਸ਼ਕਾਰੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਆ। ਤੂੰ ਮੰਗਦਾ ਰਹੀਂ ਵੇ ਸੂਰਜਾ ਕਮੀਆਂ ਦੇ ਵਿਹੜੇ, ਸੰਤ ਰਾਮ ਉਦਾਸੀ ਜੀ ਦੀ ਕਲਮ ਤੋਂ ਲਿਖਿਆ ਹੋਇਆ ਗੀਤ। ਉਹ ਸਾਡੇ ਦਲਿਤਾਂ ਦੇ ਵਿਹੜਿਆਂ ਦੀ ਦਾਸਤਾਨ ਨੂੰ ਪੇਸ਼ ਕਰਦਾ ਹੋਇਆ ਗੀਤ, ਜੋ ਅੱਜ ਤੋਂ 20-25 ਸਾਲ ਪਹਿਲਾਂ ਜਦੋਂ ਵੀ ਸੰਤ ਰਾਮ ਉਦਾਸੀ ਜੀ ਨੇ ਰਚਿਆ ਸੀਗਾ, ਉਹ ਅੱਜ ਵੀ ਸਾਡੇ ਲਈ ਉਸੇ ਥਾਂ ਨੂੰ ਰੱਖਦਾ ਸਾਡੇ ਸਾਹਮਣੇ। ਤੇ ਅਸੀਂ ਅੱਜ ਤੁਹਾਡੇ ਨਾਲ ਜਿਹੜੀ ਸਾਂਝ ਪਾਉਣ ਜਾ ਰਹੇ ਹਾਂ, ਪ੍ਰਵਾਸ ਰੰਗਮੰਚ ਦੀ ਪਹਿਲੀ ਪੇਸ਼ਕਾਰੀ। ਤੂੰ ਮੰਗਦਾ ਰਹੀਂ ਵੇ ਸੂਰਜਾ ਕਮੀਆਂ ਦੇ ਵਿਹੜੇ, ਤੂੰ ਮੰਗਦਾ ਰਹੀਂ ਵੇ ਸੂਰਜਾ ਕਮੀਆਂ ਦੇ ਵਿਹੜੇ। ਮਾਂ ਧਰਤੀ ਏ ਤੇਰੀ ਗੋਦ ਨੂੰ, ਮਾਂ ਧਰਤੀ ਏ ਤੇਰੀ ਗੋਦ ਨੂੰ, ਚੰਨ ਹੋਰ ਬਥੇਰੇ। ਮਾਂ ਧਰਤੀ ਏ ਤੇਰੀ ਗੋਦ ਨੂੰ, ਚੰਨ ਹੋਰ ਬਥੇਰੇ। ਤੂੰ ਮੰਗਦਾ ਰਹੀਂ ਵੇ ਸੂਰਜਾ ਕਮੀਆਂ ਦੇ ਵੇੜੇ, ਹਾਏ ਮੰਗਦਾ ਰਹੀਂ ਵੇ ਸੂਰਜਾ ਕਮੀਆਂ ਦੇ ਵੇੜੇ। ਮਾਂ ਧਰਤੀ ਏ ਤੇਰੀ ਗੋਦ ਨੂੰ, ਓ ਮਾਂ ਧਰਤੀ ਏ ਤੇਰੀ ਗੋਦ ਨੂੰ, ਚੰਨ ਹੋਰ ਬਥੇਰੇ। ਤੂੰ ਮੰਗਦਾ ਰਹੀਂ ਵੇ ਸੂਰਜਾ ਕਮੀਆਂ ਦੇ ਵੇੜੇ, ਹਾਏ ਮੰਗਦਾ ਰਹੀਂ ਵੇ ਸੂਰਜਾ ਕਮੀਆਂ ਦੇ ਵੇੜੇ।
ਕੰਗੀਆਂ ਨੂੰ ਨੱਕ ਵਗਦੇ ਅੱਖਾਂ ਚੁੰਨੀਆਂ ਤੇ ਦੰਦ ਕਰੇੜੇ ਤੂੰ ਮੰਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਹਾਏ ਮੰਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਬੰਦਾ ਜੰਮਦਾ ਸੀਰੀ ਹੈ ਹਾਏ ਟੱਕਿਆਂ ਦੀ ਮੇਰੀ ਪੀਰੀ ਹੈ ਹੋ ਜਿੱਥੇ ਬੰਦਾ ਜੰਮਦਾ ਸੀਰੀ ਹੈ ਟੱਕਿਆਂ ਦੀ ਮੇਰੀ ਪੀਰੀ ਹੈ ਜਿੱਥੇ ਕਰਦੇ ਹੇਠ ਪੰਜੀਰੀ करते हेठ पंजीरी है बापू दे कर्ज दा सूद ने पुत जमदे खेड़े तू मंगदा रही वे सूरजा कमियां दे वेड़े हाय तू मंगदा रही वे सूरजा कमियां दे वेड़े तू मंगदा रही वे सूरजा कमियां दे वेड़े ਅਣਵਿਆਹੀਆਂ ਹੀ ਮਾਵਾਂ ਨੇ ਜਿੱਥੇ ਧੀਆਂ ਹੋ ਕੇ ਲੈਂਦੀਆਂ ਅਸਮਾਨ ਦੇ ਡੇਰੇ ਤੂੰ ਮੰਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਹੋਏ ਮੰਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਹੋਏ ਤੂੰ ਮੰਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਜਿੱਥੇ ਲੋਕ ਬੜੇ ਮਜਬੂਰ ਜਹੇ ਹੋਏ ਦਿੱਲੀ ਦੇ ਦਿਲ ਤੋਂ ਦੂਰ ਜਹੇ ਹੋ ਜਿੱਥੇ ਲੋਕ ਬੜੇ ਮਜਬੂਰ ਜਹੇ ਦਿੱਲੀ ਦੇ ਦਿਲ ਤੋਂ ਦੂਰ ਜਹੇ ਤੇ ਭੁੱਖਾਂ ਵਿੱਚ ਮਸ਼ਹੂਰ ਜਹੇ ਭੁੱਖਾਂ ਵਿੱਚ ਮਸ਼ਹੂਰ ਜਹੇ ਜਿੱਥੇ ਮਰ ਕੇ ਚਾਂਬਲ ਜਾਮਦੇ ਹਨ ਭੂਤ ਜਿਠੇਰੇ ਤੂੰ ਮੰਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਹੋਏ ਮੰਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਮਾਂ ਕਰਦੀ ਏ ਤੇਰੀ ਗੋਦ ਨੂੰ ਮਾਂ ਕਰਦੀ ਏ ਤੇਰੀ ਗੋਦ ਨੂੰ ਮਾਂ ਕਰਦੀ ਏ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ ਤੂੰ ਮੰਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਹੋਏ ਮੰਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਹੋਏ ਮੰਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਅਖੀਰ ਦੇ ਵਿੱਚ ਅਸੀਂ ਜੋ ਤੁਹਾਨੂੰ ਵਿਖਾਇਆ ਹੈ
ਹੱਲ ਉਹ ਨਹੀਂ ਹੁੰਦਾ। ਹੱਲ ਉਸਦਾ ਕੀ ਹੋਣਾ ਉਹ ਤੁਸੀਂ ਕਿਸੇ ਨੂੰ ਜਾਨੋਂ ਮਾਰ ਦੋ। ਪਰ ਇੱਕ ਗੱਲ ਦਾ ਖਿਆਲ ਰੱਖੋ, ਜਿਹੜੀ ਜਗ੍ਹਾ ਤੁਹਾਡੇ ਤੇ ਕਿਹੜੀ ਨਜ਼ਰ ਰੱਖਦੀ ਹੈ ਉਹ ਅੱਖਾਂ ਤੁਹਾਨੂੰ ਕੱਢਣੀਆਂ ਆਉਂਦੀਆਂ ਹੋਣੀਆਂ। ਜਿਹੜਾ ਹੱਥ ਤੁਹਾਡੀਆਂ ਇੱਜ਼ਤਾਂ ਤੇ ਪੈਂਦਾ ਉਸ ਹੱਥ ਨੂੰ ਬਾਂਹ ਦੇ ਨਾਲੋਂ ਅਲੱਗ ਕਰਨ ਦੀ ਹਿੰਮਤ ਹੋਣੀ ਚਾਹੀਦੀ ਹੁਣ ਹੈ। ਬੇਨਤੀ ਕਰੂੰਗਾ ਮੇਰੇ ਵੱਡੇ ਵੀਰ ਜਰਨੈਲ ਨੰਗਲ ਜੀ ਨੂੰ, ਸ਼ਾਇਦ ਉਹਨਾਂ ਨੇ ਸਮੇਂ ਦੀ ਘਾਟ ਆ ਉਹਨਾਂ ਕੋਲ ਅੱਜ ਤੇ ਉਹਨਾਂ ਨੇ ਜਾਣਾ ਹੈਗਾ, ਉਹ 5 ਮਿੰਟ ਲਈ ਸਟੇਜ ਸਾਂਭਣਗੇ। ਸਾਡੀ ਕੌਮ ਦੇ ਬਹੁਤ ਹੀ ਵਧੀਆ ਬੁਲਾਰੇ, ਭੀਮ ਦੇ ਸ਼ੇਰ ਵੱਡੇ ਵੀਰ ਜਰਨੈਲ ਜੀ। ਜੱਟਾਂ ਦੇ ਸਾਰੇ ਸਤਿਕਾਰਯੋਗ ਨੌਜਵਾਨ ਵੀਰ, ਬਜ਼ੁਰਗ, ਮਾਤਾਵਾਂ, ਭੈਣਾਂ ਔਰ ਅੱਜ ਦੇ ਇਸ ਮਹਾਨ ਸਮਾਗਮ ਦੇ ਸਾਰੇ ਪ੍ਰਬੰਧਕ ਸਾਥੀ, ਨਗਰ ਦੇ ਸਾਰੇ ਦਰਜਾ ਬਦਰਜਾ ਪਤਵੰਤੇ, ਨਗਰ ਦੇ ਸਰਪੰਚ ਸਾਹਿਬ, ਮੈਂਬਰ ਪੰਚਾਇਤ ਸਾਹਿਬਾਨ, ਨੰਬਰਦਾਰ ਸਾਹਿਬ ਔਰ ਸਾਡੇ ਸਾਰੇ ਸਤਿਕਾਰਯੋਗ ਸਾਥੀਓ, ਔਰ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਆਏ ਸਾਥੀ ਸਤਿਕਾਰਯੋਗ ਹਰਭਜਨ ਸੁਮਨ ਜੀ, ਚਰਨਜੀਤ ਬਿੱਲਾ ਜੀ, ਸਾਥੀ ਸੁਖਦੇਵ ਜੀ, ਔਰ ਇਸ ਪ੍ਰੋਗਰਾਮ ਦੇ ਵਿੱਚ ਆਪਣੇ ਕਲਾ ਦਾ ਜ਼ੋਰ ਦਿਖਾ ਰਹੇ, ਸਮਾਜ ਦੇ ਵਿੱਚ ਫੈਲੀਆਂ ਹੋਈਆਂ ਕੁਰੀਤੀਆਂ ਨੂੰ ਆਪਣੀ ਕੋਰੀਓਗ੍ਰਾਫੀ ਰਾਹੀਂ, ਆਪਣੇ ਹੋਰ ਸ਼ੋਅ ਦੇ ਰਾਹੀਂ ਤੁਹਾਡੇ ਤੱਕ ਇੱਕ ਅੱਛਾ ਮੈਸੇਜ ਪਹੁੰਚਾ ਰਹੇ ਪ੍ਰਵਾਸ ਰੰਗ ਮੰਚ ਦੇ ਸਾਰੇ ਸਤਿਕਾਰਯੋਗ ਸਾਥੀ, ਸਾਰਿਆਂ ਨੂੰ ਜੈ ਭੀਮ, ਜੈ ਭਾਰਤ। ਸਾਥੀਓ, ਅੱਜ ਆਪਾਂ ਨਾਰੀ ਜਾਤੀ ਦੇ ਮੁਕਤੀ ਦਾਤਾ, ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾਕਟਰ ਭੀਮਰਾਓ ਅੰਬੇਡਕਰ ਜੀ ਦਾ 127ਵਾਂ ਪਾਵਨ ਪਵਿੱਤਰ ਜਨਮ ਦਿਹਾੜਾ ਮਨਾ ਰਹੇ ਹਾਂ। ਬਹੁਤ ਵਾਰ ਇਸ ਨਗਰ ਦੇ ਵਿੱਚ ਤੁਹਾਡੇ ਨਾਲ ਵਿਚਾਰ ਸਾਂਝੇ ਕਰਨ ਦਾ ਮੌਕਾ ਮਿਲਿਆ ਹੈ। ਬਹੁਤ ਵਾਰ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ ਜੀਵਨ ਦੇ ਉੱਤੇ ਆਪਣੇ ਵਿਚਾਰ ਤੁਹਾਡੇ ਨਾਲ ਸਾਂਝੇ ਕੀਤੇ, ਲੇਕਿਨ ਅੱਜ ਸਮਾਂ ਕੁਝ ਇਸ ਤਰ੍ਹਾਂ ਦਾ ਚੱਲ ਰਿਹਾ ਹੈ ਕਿ ਬਾਬਾ ਸਾਹਿਬ ਦੀ ਉਹ ਕਹੀ ਹੋਈ ਗੱਲ ਅੱਜ ਯਾਦ ਆ ਰਹੀ ਹੈ। ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਨੇ ਜਿਹੜੀ ਗੱਲ ਆਪਣੇ ਜਿਉਂਦੇ ਜੀ ਕਹੀ ਸੀ ਕਿ ਮੇਰੇ ਸਮਾਜ ਦੇ ਲੋਕੋ, ਅਗਰ ਤੁਸੀਂ ਇਸ ਕਾਰਵਾਂ ਨੂੰ ਅੱਗੇ ਨਾ ਲੈ ਕੇ ਜਾ ਸਕੇ ਤਾਂ ਇੰਨਾ ਜ਼ਰੂਰ ਕਰਿਓ ਕਿ ਇਹਨੂੰ ਪਿੱਛੇ ਨੂੰ ਵੀ ਨਾ ਜਾਣ ਦਿਓ। ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੀ ਉਹ ਗੱਲ ਅੱਜ ਦੇ ਹਾਲਾਤਾਂ ਦੇ ਉੱਤੇ ਬਹੁਤ ਗੰਭੀਰ ਚੋਟ ਕਰਦੀ ਹੈ। ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਜਿਨ੍ਹਾਂ ਦੀ ਜ਼ਿੰਦਗੀ ਇੱਕ ਸਾਡੇ ਲਈ ਸੰਦੇਸ਼ ਹੈ, ਔਰ ਜਦੋਂ ਆਪਾਂ ਬਾਬਾ ਸਾਹਿਬ ਦੇ ਜੀਵਨ ਦੇ ਉੱਤੇ ਝਾਤ ਮਾਰਦੇ ਹਾਂ ਤਾਂ ਸਾਡਾ ਸਿਰ ਜਿਹੜਾ ਆ ਉਹਨਾਂ ਦੇ ਚਰਨਾਂ ਦੇ ਵਿੱਚ ਝੁਕ ਜਾਂਦਾ ਹੈ। ਲੇਕਿਨ ਮੈਂ ਬਾਬਾ ਸਾਹਿਬ ਦੇ ਜੀਵਨ ਦੀ ਇੱਕ ਘਟਨਾ ਜਿਹਨੂੰ ਅੱਜ ਦੇ ਨਾਲ ਮੈਂ ਜੋੜ ਕੇ ਦੇਖਦਾ ਤਾਂ ਮੈਂ ਮਹਿਸੂਸ ਕਰਦਾ ਕਿ ਉਹ ਗੱਲ ਜਿਹੜੀ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਨੀ ਬਣਦੀ ਹੈ। ਬਾਬਾ ਸਾਹਿਬ ਦਾ ਜੀਵਨ ਜਿਹੜਾ ਆ, ਜਿੱਥੇ ਆਪਾਂ ਉਹਨਾਂ ਦੇ ਜੀਵਨ ਦੀਆਂ ਵੱਖ-ਵੱਖ ਕੋਟੇਸ਼ਨਾਂ ਜਿਹੜੀਆਂ ਉਹ ਸਾਂਝੀਆਂ ਕਰਦੇ ਆ, ਲੇਕਿਨ ਉਹਨਾਂ ਦੀ ਜ਼ਿੰਦਗੀ ਦੀ ਉਹ ਘਟਨਾ ਕਿ ਜਦੋਂ ਇਸ ਦੇਸ਼ ਦੇ ਉੱਤੇ ਅੰਗਰੇਜ਼ਾਂ ਦਾ ਰਾਜ ਸੀ, ਜਦੋਂ ਅੰਗਰੇਜ਼ ਰਾਜ ਕਰਦੇ ਸੀ, ਔਰ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਨੇ ਜਦੋਂ ਅੰਗਰੇਜ਼ਾਂ ਨੂੰ ਇਹ ਗੱਲ ਕਹੀ ਕਿ ਅਸੀਂ ਇਸ ਦੇਸ਼ ਦੇ ਅੰਦਰ ਗੁਲਾਮਾਂ ਦੇ ਵੀ ਗੁਲਾਮ ਆ, ਇਸ ਦੇਸ਼ ਦੇ ਅੰਦਰ ਸਾਨੂੰ ਜਾਨਵਰਾਂ ਤੋਂ ਵੀ ਭੈੜੀ ਜ਼ਿੰਦਗੀ ਬਤੀਤ ਕਰਨ ਦੇ ਲਈ ਮਜਬੂਰ ਕੀਤਾ ਗਿਆ ਹੈ,
ਜਦੋਂ ਇਹ ਗੱਲ ਅੰਗਰੇਜ਼ਾਂ ਨੂੰ ਕਹੀ, ਅੰਗਰੇਜ਼ਾਂ ਨੇ ਤੁਹਾਡੀਆਂ ਦੁੱਖ ਤਕਲੀਫਾਂ ਨੂੰ ਦੇਖਣ ਦੇ ਵਾਸਤੇ ਇੱਕ ਕਮਿਸ਼ਨ ਅਪਾਇੰਟ ਕੀਤਾ, ਇੱਕ ਕਮਿਸ਼ਨ ਬਣਾਇਆ ਔਰ ਉਸ ਕਮਿਸ਼ਨ ਦਾ ਮੁਖੀ ਸੀ ਸਾਈਮਨ। ਜਦੋਂ ਸਾਈਮਨ ਕਮਿਸ਼ਨ ਤੁਹਾਡੀਆਂ ਤਕਲੀਫਾਂ ਨੂੰ ਦੇਖਣ ਦੇ ਵਾਸਤੇ ਭਾਰਤ ਦੀ ਧਰਤੀ ਤੇ ਆਇਆ ਤਾਂ ਭਾਰਤ ਦੀ ਧਰਤੀ ਤੇ ਉਸ ਦਾ ਵਿਰੋਧ ਹੋਇਆ। ਵਿਰੋਧ ਕਰਨ ਵਾਲੇ ਕੌਣ ਸੀ? ਵਿਰੋਧ ਕਰਨ ਵਾਲੇ ਸੀ ਲਾਲਾ ਲਾਜਪਤ ਰਾਏ, ਜਿਹੜਾ ਬਚਪਨ ਦੇ ਵਿੱਚ ਸਾਨੂੰ ਪੜ੍ਹਾਇਆ ਜਾਂਦਾ ਹੈ ਕਿ ਦੇਸ਼ ਲਈ ਸ਼ਹੀਦ ਹੋ ਗਿਆ ਲਾਲਾ ਲਾਜਪਤ ਰਾਏ। ਅਸਲ ਦੇ ਵਿੱਚ ਉਹ ਸਾਈਮਨ ਕਮਿਸ਼ਨ ਦਾ ਵਿਰੋਧ ਕਰ ਰਹੇ ਸੀ ਕਿ ਸਾਈਮਨ ਕਮਿਸ਼ਨ ਗੋ ਬੈਕ, ਇਹ ਸਾਡੇ ਘਰ ਦਾ ਮਾਮਲਾ ਆ, ਅਸੀਂ ਇਹਨੂੰ ਆਪਣੇ ਆਪ ਸੁਲਝਾ ਲਵਾਂਗੇ। ਔਰ ਜਦੋਂ ਸਾਈਮਨ ਕਮਿਸ਼ਨ ਦਾ ਉਹਨਾਂ ਨੇ ਵਿਰੋਧ ਕੀਤਾ ਔਰ ਉੱਥੇ ਲਾਠੀ ਚਾਰਜ ਹੋਇਆ, ਜਦੋਂ ਲਾਠੀ ਚਾਰਜ ਹੋਇਆ ਉਸ ਤੋਂ ਬਾਅਦ ਵਿੱਚ ਲਾਲਾ ਲਾਜਪਤ ਰਾਏ ਦੀ ਮੌਤ ਹੋਈ। ਮੈਂ ਮਹਿਸੂਸ ਕਰਦਾ ਕਿ ਉਹ ਜਿਹੜਾ ਸਾਨੂੰ ਪੜਾਇਆ ਜਾਂਦਾ ਸੀ ਕਿ ਦੇਸ਼ ਲਈ ਸ਼ਹੀਦ ਹੋ ਗਿਆ, ਦੇਸ਼ ਲਈ ਸ਼ਹੀਦ ਨਹੀਂ ਹੋਇਆ, ਸਾਡੀਆਂ ਬੇੜੀਆਂ 'ਚ ਬੱਟੇ ਪਾਉਂਦੇ ਮਰ ਗਏ। ਲੇਕਿਨ ਜਦੋਂ ਉਸ ਕਮਿਸ਼ਨ ਦੀ ਰਿਪੋਰਟ ਅੰਗਰੇਜ਼ਾਂ ਦੇ ਕੋਲ ਪਹੁੰਚੀ ਤਾਂ 3 ਰਾਉਂਡ ਟੇਬਲ ਕਾਨਫਰੰਸ ਹੋਈਆਂ ਇੰਗਲੈਂਡ ਦੀ ਧਰਤੀ ਦੇ ਉੱਤੇ। ਜਦੋਂ ਇੰਗਲੈਂਡ ਦੀ ਧਰਤੀ ਦੇ ਉੱਤੇ ਪਹਿਲੀ ਰਾਉਂਡ ਟੇਬਲ ਕਾਨਫਰੰਸ ਹੋਈ ਹੈ, ਜਿਹਦੇ ਵਿੱਚ ਸਾਰੇ ਸਮਾਜ ਦੇ ਨੁਮਾਇੰਦਿਆਂ ਨੂੰ ਆਪਣੀ ਗੱਲ ਰੱਖਣ ਦਾ ਮੌਕਾ ਦਿੱਤਾ ਗਿਆ, ਉੱਥੇ ਬੁਲਾਇਆ ਗਿਆ। ਜਦੋਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਤੁਹਾਡੀ ਗੱਲ ਰੱਖਣ ਲੱਗੇ ਤਾਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦਾ ਵਿਰੋਧ ਹੋਇਆ। ਵਿਰੋਧ ਕਰਨ ਵਾਲੇ ਕੌਣ ਲੋਕ ਸੀ? ਵਿਰੋਧ ਕਰਨ ਵਾਲੇ ਗਾਂਧੀ ਐਂਡ ਪਾਰਟੀ ਸੀ। ਗਾਂਧੀ ਨੇ ਵਿਰੋਧ ਕੀਤਾ ਔਰ ਉਹਨੇ ਵਿਰੋਧ ਕਰਨ ਦੀ ਦਲੀਲ ਕੀ ਦਿੱਤੀ ਕਿ ਮੈਂ ਦਲਿਤਾਂ ਦਾ ਨੁਮਾਇੰਦਾ ਆ। ਉਹ ਕਹਿੰਦੇ ਦੇਖੋ ਕਿ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ ਸੂਟ ਬੂਟ ਪਾਇਆ ਹੋਇਆ, ਟਾਈ ਲਗਾਈ ਹੋਈ ਹੈ ਔਰ ਮੈਂ ਦੇਖੋ ਨੰਗ ਤੜੰਗਾ, ਮੈਂ ਉਹਨਾਂ ਗਰੀਬਾਂ ਦਾ ਲੀਡਰ ਆ, ਇਸ ਕਰਕੇ ਅੰਬੇਡਕਰ ਨੂੰ ਗੱਲ ਕਰਨ ਦਾ ਮੌਕਾ ਨਾ ਦਿੱਤਾ ਜਾਵੇ। ਜਦੋਂ ਅੰਗਰੇਜ਼ਾਂ ਦੇ ਮੂਹਰੇ ਇਹ ਗੱਲ ਗਈ, ਅੰਗਰੇਜ਼ ਕਨਫਿਊਜ਼ ਹੋ ਗਏ। ਉਹਨਾਂ ਨੇ ਬਾਬਾ ਸਾਹਿਬ ਨੂੰ ਕਿਹਾ ਕਿ ਤੁਸੀਂ ਅਗਰ ਦਲਿਤ ਸਮਾਜ ਦੇ ਨੁਮਾਇੰਦੇ ਹੋ ਤਾਂ ਤੁਸੀਂ ਆਪਣੇ ਹੱਕ ਦੇ ਵਿੱਚ ਟੈਲੀਗ੍ਰਾਮ ਮੰਗਵਾਓ, ਇਹ ਸਾਬਿਤ ਕਰੋ ਕਿ ਦਲਿਤਾਂ ਦੇ ਲੀਡਰ ਤੁਸੀਂ ਹੋ। ਤਾਂ ਅੰਗਰੇਜ਼ਾਂ ਦੀ ਇਸ ਗੱਲ ਤੋਂ ਬਾਬਾ ਸਾਹਿਬ ਨੇ ਭਾਰਤ ਦੀ ਧਰਤੀ ਦੇ ਉੱਤੇ ਬੈਠੇ ਹੋਏ ਲੋਕਾਂ ਨੂੰ ਸੁਨੇਹਾ ਭੇਜਿਆ, ਸਾਡੇ ਨੁਮਾਇੰਦਿਆਂ ਨੂੰ ਸੁਨੇਹਾ ਭੇਜਿਆ, ਜਿਹਦੇ ਵਿੱਚ ਦੁਆਬੇ ਦੀ ਧਰਤੀ ਦੇ ਵਿੱਚ ਆ ਧਰਮ ਲਹਿਰ ਦੇ ਮੋਢੀ ਬਾਬੂ ਮੰਗੂ ਰਾਮ ਜੀ ਮੰਗੋਵਾਲੀਆ, ਇਦਾਂ ਦੇ ਲੀਡਰਾਂ ਨੇ ਬਾਬਾ ਸਾਹਿਬ ਦੇ ਹੱਕ ਦੇ ਵਿੱਚ ਲੋਕਾਂ ਨੂੰ ਪ੍ਰੇਰਿਤ ਕੀਤਾ, ਲੋਕਾਂ ਤੱਕ ਗੱਲ ਪਹੁੰਚਾਈ। ਜਦੋਂ ਲੋਕਾਂ ਤੱਕ ਗੱਲ ਪਹੁੰਚਾਈ ਤਾਂ ਸਾਡੇ ਸਮਾਜ ਦੇ ਬਜ਼ੁਰਗਾਂ ਨੇ ਆਪਣੇ ਪੀਪਿਆਂ ਦੇ ਵਿੱਚੋਂ ਦਾਣੇ ਵੇਚ ਕੇ, ਆਪਣੀ ਜ਼ਰੂਰਤ ਦਾ ਸਮਾਨ ਵੇਚ ਕੇ ਬਾਬਾ ਸਾਹਿਬ ਦੇ ਹੱਕ ਦੇ ਵਿੱਚ ਇੰਗਲੈਂਡ ਦੇ ਵਿੱਚ ਟੈਲੀਗ੍ਰਾਮ ਭੇਜੇ। ਜਦੋਂ ਢੇਰਾਂ ਟੈਲੀਗ੍ਰਾਮ ਉੱਥੇ ਪਹੁੰਚੇ ਤਾਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਨੂੰ ਤੁਹਾਡੀ ਗੱਲ ਰੱਖਣ ਦਾ ਮੌਕਾ ਮਿਲਿਆ। ਜਦੋਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਨੇ ਤੁਹਾਡੀ ਉੱਥੇ ਗੱਲ ਰੱਖੀ ਤਾਂ ਪਹਿਲੀ ਵਾਰ 17 ਅਗਸਤ 1932 ਨੂੰ ਕਿਊਮਨਲ ਅਵਾਰਡ ਦੇ ਨਾਮ ਦੇ ਉੱਤੇ ਤੁਹਾਨੂੰ ਡਬਲ ਵੋਟ ਦਾ ਅਧਿਕਾਰ ਮਿਲਿਆ। ਪਹਿਲੀ ਵਾਰ ਤੁਹਾਡੀ ਕਿਤੇ ਨੌਕਰੀਆਂ ਦੇ ਵਿੱਚ ਭਰਤੀ ਸ਼ੁਰੂ ਹੋਈ, ਪਹਿਲੀ ਵਾਰ ਤੁਹਾਨੂੰ ਇਹ ਜਦੋਂ ਅਧਿਕਾਰ ਮਿਲੇ। ਗਾਂਧੀ ਉੱਥੇ ਨਹੀਂ ਬੋਲਿਆ, ਉੱਥੇ ਨਹੀਂ ਬੋਲਿਆ। ਜਦੋਂ ਭਾਰਤ ਦੀ ਧਰਤੀ ਤੇ ਆਇਆ ਤਾਂ ਉਹਨੇ ਵਿਰੋਧ ਸ਼ੁਰੂ ਕਰ ਦਿੱਤਾ। ਪੂਨੇ ਦੀ ਜਰਬਦਾ ਜੇਲ੍ਹ ਦੇ ਵਿੱਚ ਮਰਨ ਵਰਤ ਰੱਖਿਆ। ਮਰਨ ਵਰਤ ਇਸ ਕਰਕੇ ਰੱਖਿਆ ਕਿ ਜੇ ਅਗਰ ਇਹਨਾਂ ਲੋਕਾਂ ਨੂੰ ਅਧਿਕਾਰ ਮਿਲੇ ਤਾਂ ਮੈਂ ਮਰ ਜਾਣਾ। ਇਹ ਦੁਨੀਆ ਦੇ ਇਤਿਹਾਸ ਦੇ ਵਿੱਚ ਪਹਿਲਾ ਮਰਨ ਵਰਤ ਸੀ, ਪਹਿਲਾ ਮਰਨ ਵਰਤ ਸੀ ਜਿਹੜਾ ਗਾਂਧੀ ਨੇ 1932 ਦੇ ਵਿੱਚ ਰੱਖਿਆ। ਅੱਜ ਤੱਕ ਤੁਸੀਂ ਦੇਖਿਆ ਹੋਵੇਗਾ, ਸੁਣਿਆ ਹੋਵੇਗਾ ਕਿ ਬਹੁਤ ਸਾਰੀਆਂ ਭੁੱਖ ਹੜਤਾਲਾਂ ਹੁੰਦੀਆਂ, ਬਹੁਤ ਸਾਰੇ ਧਰਨੇ ਮੁਜ਼ਾਹਰੇ ਹੁੰਦੇ ਆ, ਬਹੁਤ ਸਾਰੇ ਮਰਨ ਵਰਤ ਰੱਖੇ ਜਾਂਦੇ ਆ, ਲੇਕਿਨ ਉਹ ਇਸ ਵਾਸਤੇ ਰੱਖੇ ਜਾਂਦੇ ਆ ਕਿ ਸਾਨੂੰ ਇਹਨਾਂ ਅਧਿਕਾਰਾਂ ਦੀ ਜ਼ਰੂਰਤ ਹੈ, ਆ ਸਾਡਾ ਅਧਿਕਾਰ ਹੈ, ਸਾਨੂੰ ਮਿਲਣਾ ਚਾਹੀਦਾ। ਲੇਕਿਨ ਗਾਂਧੀ ਨੇ ਉਹ ਮਰਨ ਵਰਤ ਇਸ ਕਰਕੇ ਰੱਖਿਆ ਸੀ ਕਿ ਇਹਨਾਂ ਲੋਕਾਂ ਦੇ ਆ ਜਿਹੜੇ ਅਧਿਕਾਰ ਆ ਇਹਨੂੰ ਖੋਲੋ, ਨਹੀਂ ਤਾਂ ਮੈਂ ਮਰ ਜਾਣਾ। ਲੇਕਿਨ ਉਹ ਇਤਿਹਾਸ ਜਿਹੜਾ ਆ ਉਹ ਦੁਹਰਾਇਆ ਗਿਆ। ਦੁਨੀਆ ਦੇ ਇਤਿਹਾਸ ਦੇ ਵਿੱਚ ਉਹ ਪਹਿਲਾ ਮਰਨ ਵਰਤ ਸੀ, ਲੇਕਿਨ ਹੁਣ ਉਹ ਇਤਿਹਾਸ ਜਿਹੜਾ ਆ ਦੁਹਰਾਇਆ ਗਿਆ। ਦੁਹਰਾਇਆ ਕਦੋਂ ਗਿਆ? 10 ਅਪ੍ਰੈਲ ਨੂੰ, ਅੱਜ ਤੋਂ 13 ਦਿਨ ਪਹਿਲਾਂ, 13 ਦਿਨ ਪਹਿਲਾਂ ਉਹ ਇਤਿਹਾਸ ਦੁਹਰਾਇਆ ਗਿਆ। ਸ਼ਾਇਦ ਤੁਹਾਨੂੰ ਪਤਾ ਨਹੀਂ ਹੈ ਇਸ ਗੱਲ ਦਾ। 10 ਅਪ੍ਰੈਲ ਨੂੰ ਉਹ ਇਤਿਹਾਸ ਦੁਹਰਾਇਆ ਗਿਆ। 10 ਅਪ੍ਰੈਲ ਨੂੰ ਭਾਰਤ ਬੰਦ ਦੀ ਕਾਲ ਆਈ। ਭਾਰਤ ਬੰਦ ਦੀ ਕਾਲ ਕਿਉਂ ਆਈ ਸੀ ਕਿਸੇ ਨੂੰ ਪਤਾ? 2 ਅਪ੍ਰੈਲ ਨੂੰ ਤੁਸੀਂ ਭਾਰਤ ਬੰਦ ਕੀਤਾ ਸੀ। ਭਾਰਤ ਬੰਦ ਕਿਉਂ ਕੀਤਾ ਸੀ?
ਤੁਸੀਂ ਭਾਰਤ ਬੰਦ ਕੀਤਾ ਸੀ ਕਿ ਜਿਹੜਾ SC SC ਐਟਰੋਸਿਟੀ ਐਕਟ ਹੈ ਉਹਨੂੰ ਸਾਜ਼ਿਸ਼ ਦੇ ਤਹਿਤ ਕਮਜ਼ੋਰ ਕੀਤਾ ਗਿਆ। ਇਸ ਕਰਕੇ ਭਾਰਤ ਬੰਦ ਦੀ ਕਾਲ ਆਈ ਕਿ SC SC ਐਕਟ ਨੂੰ ਦੁਬਾਰਾ ਤੋਂ ਮਜ਼ਬੂਤ ਕੀਤਾ ਜਾਵੇ। ਲੇਕਿਨ 10 ਅਪ੍ਰੈਲ ਨੂੰ ਜਿਹੜਾ ਭਾਰਤ ਬੰਦ ਹੋਇਆ ਉਹ ਇਤਿਹਾਸ ਦੁਹਰਾਇਆ ਗਿਆ। ਔਰ ਉਹ ਕਿਉਂ ਦੁਹਰਾਇਆ ਗਿਆ ਕਿ ਇਸ ਦੇਸ਼ ਨੂੰ ਕਹਿੰਦੇ ਰਿਜ਼ਰਵੇਸ਼ਨ ਨੇ ਬਰਬਾਦ ਕਰਕੇ ਰੱਖ ਦਿੱਤਾ ਹੈ। ਉਹ ਕਹਿੰਦੇ ਰਿਜ਼ਰਵੇਸ਼ਨ ਖਤਮ ਹੋਣੀ ਚਾਹੀਦੀ ਹੈ। ਜਿਹੜੀ ਰਿਜ਼ਰਵੇਸ਼ਨ ਜਾਤੀ ਦੇ ਆਧਾਰ ਤੇ ਮਿਲਦੀ ਹੈ ਉਹ ਆਰਥਿਕ ਆਧਾਰ ਤੇ ਹੋਣੀ ਚਾਹੀਦੀ ਹੈ। ਤੁਹਾਨੂੰ ਸ਼ਾਇਦ ਇਸ ਗੱਲ ਦਾ ਪਤਾ ਨਹੀਂ ਹੈ ਕਿ ਜਿਹੜਾ 10 ਅਪ੍ਰੈਲ ਦਾ ਭਾਰਤ ਬੰਦ ਸੀ ਉਹ ਤੁਹਾਡੀ ਰਿਜ਼ਰਵੇਸ਼ਨ ਦੇ ਅਗੇਂਸਟ ਸੀ। ਰਿਜ਼ਰਵੇਸ਼ਨ ਕੀ ਹੈ ਇਹਦੇ ਬਾਰੇ ਤੁਸੀਂ ਭਲੀ ਭਾਂਤ ਜਾਣਦੇ ਹੋ। ਉਹ ਲੋਕ ਸ਼ਰੇਆਮ ਇਹ ਗੱਲ ਕਹਿ ਰਹੇ ਆ ਕਿ ਇਸ ਦੇਸ਼ ਦੇ ਅੰਦਰ ਅਸੀਂ ਸੰਵਿਧਾਨ ਨੂੰ ਬਦਲਣ ਵਾਸਤੇ ਆਏ ਆ। ਭਾਰਤੀ ਜਨਤਾ ਪਾਰਟੀ ਦਾ ਇੱਕ ਮੈਂਬਰ ਆਫ ਪਾਰਲੀਮੈਂਟ ਅਨੰਤ ਹੈਗੜੇ ਇਹ ਗੱਲ ਕਹਿ ਰਿਹਾ ਕਿ ਅਸੀਂ ਭਾਰਤ ਦੇ ਵਿੱਚ ਸੰਵਿਧਾਨ ਨੂੰ ਬਦਲਣ ਵਾਸਤੇ ਆਏ ਆ। ਭਾਰਤ ਦਾ ਸੰਵਿਧਾਨ ਕੀ ਹੈ? ਭਾਰਤ ਦਾ ਸੰਵਿਧਾਨ ਜਿਹਦੇ ਕਰਕੇ ਅੱਜ ਮੈਂ ਆਪਣੀ ਬੁਲੰਦ ਆਵਾਜ਼ ਦੇ ਵਿੱਚ ਗੱਲ ਕਰ ਰਿਹਾ। ਭਾਰਤ ਦਾ ਸੰਵਿਧਾਨ ਜਿਹਦੇ ਕਰਕੇ ਅੱਜ ਸਾਡੀ ਮਾਂ ਭੈਣ ਦੇ ਸਿਰ ਦੇ ਉੱਤੇ ਚੁੰਨੀ ਹੈ। ਭਾਰਤ ਦਾ ਸੰਵਿਧਾਨ ਜਿਹਦੇ ਕਰਕੇ ਅੱਜ ਸਾਡੇ ਬਾਪ ਦੇ ਸਿਰ ਦੇ ਉੱਤੇ ਪੱਗ ਹੈ। ਭਾਰਤ ਦਾ ਸੰਵਿਧਾਨ ਜਿਹਦੇ ਕਰਕੇ ਅੱਜ ਸਾਡੇ ਵਿਹੜਿਆਂ ਦੇ ਵਿੱਚ ਥੋੜੀ ਬਹੁਤੀ ਚਹਿਲ ਪਹਿਲ ਹੈ। ਭਾਰਤ ਦਾ ਸੰਵਿਧਾਨ ਜਿਹਦੇ ਕਰਕੇ ਅੱਜ ਸਾਡੇ ਚਿਹਰਿਆਂ ਦੇ ਉੱਤੇ ਰੌਣਕ ਹੈ। ਉਹ ਸੰਵਿਧਾਨ ਜਿਹਦੇ ਕਰਕੇ ਅੱਜ ਸਾਡੇ ਸਿਰ ਦੇ ਉੱਤੇ ਛੱਤ ਹੈ। ਉਹ ਸੰਵਿਧਾਨ ਨੂੰ ਬਦਲਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹੈ। ਉਹ ਲੋਕ ਇਹ ਗੱਲ ਕਹਿ ਰਹੇ ਆ ਕਿ ਇਸ ਦੇਸ਼ ਦੇ ਅੰਦਰ ਅਸੀਂ ਸੰਵਿਧਾਨ ਨੂੰ ਬਦਲਣ ਵਾਸਤੇ ਆਏ ਆ। ਉਹ ਲੋਕ ਇਹ ਗੱਲ ਕਹਿ ਰਹੇ ਆ ਕਿ ਦੇਸ਼ ਨੂੰ ਰਿਜ਼ਰਵੇਸ਼ਨ ਨੇ ਬਰਬਾਦ ਕਰਕੇ ਰੱਖ ਦਿੱਤਾ। ਮੈਂ ਉਹਨਾਂ ਲੋਕਾਂ ਨੂੰ ਸਵਾਲ ਕਰਨਾ ਚਾਹੁੰਦਾ ਲੇਕਿਨ ਉਹ ਸਵਾਲ ਮੈਂ ਤੁਹਾਡੇ ਨਾਲ ਇਸ ਮੰਚ ਤੋਂ ਇਸ ਕਰਕੇ ਸਾਂਝੇ ਕਰਨੇ ਚਾਹੁੰਦਾ ਸਾਥੀਓ ਕਿ ਆਪਾਂ ਸੱਥਾਂ ਦੇ ਵਿੱਚ ਬੈਠਦੇ ਆ, ਆਪਾਂ ਮੁਹੱਲਿਆਂ ਦੇ ਵਿੱਚ ਜਾਂਦੇ ਆ, ਆਪਾਂ ਕਿਤੇ ਨਾ ਕਿਤੇ ਜਦੋਂ ਜਾਂਦੇ ਆ ਲੋਕਾਂ ਦੇ ਵਿੱਚ ਇੱਕ ਚਰਚਾ ਦਾ ਵਿਸ਼ਾ ਛਿੜ ਗਿਆ ਹੈ ਇਸ ਦੇਸ਼ ਦੇ ਅੰਦਰ। ਜੇ ਤੁਹਾਨੂੰ ਜਾਣਕਾਰੀ ਹੋਏਗੀ ਤਾਂ ਤੁਸੀਂ ਇਹ ਗੱਲ ਜਿਹੜੀ ਆ ਅੱਗੇ ਕਰ ਸਕਦੇ ਹੋ। मैं ये सवाल तुहाडे नाल भी सांझे करने चाहता। मैं उन्हां लोकां नूं ये सवाल पूछने चाहता जिहड़े लोग ये गल कहंदे आ कि रिजर्वेशन ने देश नूं बर्बाद करके रख दिता। मैं उन्हां तो सवाल पूछने चाहता। सवाल की है कि देश की बर्बादी जां देश नूं अगे ले जाण दी जिम्मेवारी जिहड़ी है वो देश दे पहली कतार दे लोकां दी हुंदी है। जिहड़े पहली कतार दे लोग होण उन्हां दी जिम्मेवारी हुंदी है। तो मैं पूछना चाहना कि अज तक देश के अंदर जिहड़े 14 प्रधानमंत्री बने हैं, अज तक देश के अंदर 15 प्रधानमंत्री बने हैं, उन्हां 15 दे विचों किन्ने रिजर्व कैटागरी दे आ? कोई सवाल का जवाब देगा? वो लोग नहीं देंगे। अज तक देश के अंदर 14 राष्ट्रपति बने हैं, उन्हां दे विचों किन्ने रिजर्व कैटागरी दे बने हैं? अज तक देश के अंदर किन्ने चीफ जस्टिस होए आ जेड़े रिजर्व कैटागरी दे सी? अज तक सुप्रीम कोर्ट दे किन्ने जज आ जेड़े रिजर्व कैटागरी दे विचों आए आ? अज तक हाई कोर्ट दे किन्ने जज आ जेड़े रिजर्व कैटागरी दे विचों आए आ? अज तक किन्ने कॉर्पोरेट घराणियां दे मालक आ जेड़े रिजर्व कैटागरी दे विचों आ? अज तक सानू दस्सण कि किन्ने सड़कां दे ठेकेदार पुलां दे ठेकेदार आ जेड़े रिजर्व कैटागरी दे विचों आया? ये सानू दस्सण जरा। कोई नहीं दसेगा, नहीं दसणगे कोई। ये लोग कहंदे आ रिजर्वेशन ने देश नू बर्बाद करके रख दिता। असीं पुछना चाहुंदे आ कि देश के अंदर किड्डे वड्डे वड्डे घोटाले होए आ, चाहे 2G स्पैक्ट्रम दा होवे, चाहे बोफोर्स कांड होवे, चाहे कोल घोटाला होवे, चाहे कॉमनवेल्थ खेडां दा घोटाला होवे, जिन्ने घोटाले होए आ सानू दस्सण ओदे विचों किहने रिजर्व कैटागरी वाले ने घोटाला कीता आ? कोई जवाब नहीं देगा। आ हुण तुसीं देखिया आ पिछे जे रौला पै गया, रौला किस गल दा पिया? कहंदे ललित मोदी 2200 करोड़ रुपया लेके विदेश भज गया, और रिजर्व कैटागरी दा सी। अब विजय माल्या 9000 करोड़ रुपया लेके देश दा विदेश विच भज गया, और रिजर्व कैटागरी दा सी। आ हुण होर आ थोड़े दिन पहला नीरव मोदी 19,000 करोड़ रुपया देश का लेके विदेश की धरती से भज गया, और रिजर्व कैटागरी का सी नहीं। इन्हां चों कोई रिजर्व कैटागरी का नहीं सी। फिर देश को बर्बाद किन्हां ने कीता? ये गल सोचने वाली है, लेकिन ये गल तुसीं सोचनी है। तुसीं पुछना उन्हां लोकां नूं कि दसो कि देश को बर्बाद करने वाले किहड़े लोग हैं? असीं देश को बचाउण वाले लोग हैं, असीं देश को चलाउण वाले लोग हैं, क्योंकि असीं इस देश के अंदर मूल निवासी लोग हैं। असीं इस देश के अंदर वो काम करके दिखाया जिहड़ा इन्हां लोकां ने नहीं कीता। बाबा साहब डॉक्टर अंबेडकर ने करके दिखाया। इस देश को संविधान दिता, संविधान के सहारे अज साडा देश चल रहा है। उस संविधान के सहारे अज साडे देश दे विच जिन्नियां जातियां जिन्ने धर्म है, अगर संविधान मजबूत ना हुंदा अज देश दे कई टुकड़े हो जाने सी। एक संविधान दे करके साडा देश एक मुठ है। वो लोग संविधान नूं बदलण दी गल्लां कर रहे ने। अज सानू सोचना पएगा, अज विचार करनी पएगी कि वो लोग जिहड़ी गल कह रहे आ अज तुसीं कित्थे खड़े हो।
ਅੱਜ ਸੋਚੋ ਇਸ ਗੱਲ ਦੇ ਉੱਤੇ, ਕਿਉਂਕਿ ਆਪਾਂ ਹਮੇਸ਼ਾ ਜਦੋਂ ਲੜਾਈ ਲੜੀ ਹੈ ਆਪਾਂ ਆਪਣੇ ਅਧਿਕਾਰਾਂ ਦੀ ਲੜਾਈ ਲੜੀ ਹੈ। ਆਪਾਂ ਕਿਸੇ ਦਾ ਵਿਰੋਧ ਅੱਜ ਤੱਕ ਨਹੀਂ ਕੀਤਾ, ਲੇਕਿਨ ਉਹ ਲੋਕਾਂ ਨੇ ਜਦੋਂ ਵੀ ਲੜਾਈ ਲੜੀ ਹੈ ਤੁਹਾਡੇ ਅਧਿਕਾਰਾਂ ਦੇ ਉੱਤੇ ਡਾਕਾ ਮਾਰਨ ਦੀ ਲੜਾਈ ਲੜੀ ਹੈ। ਅੱਜ ਸੋਚਣਾ ਪਏਗਾ। ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਨੇ ਗੱਲ ਕਹੀ ਸੀ ਕਿ ਮੇਰੀ ਜੈ ਜੈਕਾਰ ਕਰਨ ਦੀ ਬਜਾਏ ਮੇਰੇ ਅਧੂਰੇ ਕਾਰਵਾਂ ਨੂੰ ਪੂਰਾ ਕਰਨ ਦੇ ਲਈ ਜਾਨ ਦੀ ਬਾਜੀ ਲਗਾ ਦਿਓ। ਉਹ ਕਿਹੜਾ ਅਧੂਰਾ ਕੰਮ ਸੀ ਜਿਹੜਾ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਛੱਡ ਗਏ ਸਾਡੇ ਵਾਸਤੇ? ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਨੇ 3 ਸਿਧਾਂਤ ਸਾਨੂੰ ਦਿੱਤੇ ਸੀ। 3 ਸਿਧਾਂਤ। ਪਹਿਲਾ ਸਿਧਾਂਤ ਸੀ ਐਜੂਕੇਟ, ਦੂਸਰਾ ਸੀ ਐਜੀਟੇਟ। ਇਹ ਸਿਧਾਂਤ ਜਿਹੜੇ ਉਹਨਾਂ ਨੇ ਦਿੱਤੇ ਆ, ਉਹ ਸਿਧਾਂਤ ਇਸ ਕਰਕੇ ਦਿੱਤੇ ਸੀ ਕਿ ਤੁਸੀਂ ਇਹਨਾਂ ਗੱਲਾਂ ਦੇ ਉੱਤੇ ਪਹਿਰਾ ਦਿਓ। ਲੇਕਿਨ ਪਹਿਲੇ ਸਿਧਾਂਤ ਜਿਹਦੇ ਕਰਕੇ ਸਾਡੇ ਆ ਲੋਕਾਂ ਦੀ ਸੋਚ ਬਦਲ ਸਕਦੀ ਸੀ, ਜਿਹਦੇ ਕਰਕੇ ਸਾਡੀ ਸੋਚ ਜਿਹੜੀ ਹੈ ਉਹ ਸਾਨੂੰ ਅੱਗੇ ਲੈ ਕੇ ਜਾ ਸਕਦੀ ਸੀ, ਉਸ ਜਿਹੜਾ ਪਹਿਲਾ ਸਿਧਾਂਤ ਸੀ ਉਹ ਐਜੂਕੇਸ਼ਨ ਦਾ ਸਿਧਾਂਤ ਸੀ। ਲੇਕਿਨ ਐਜੂਕੇਸ਼ਨ ਦਾ ਹਾਲ ਕੀ ਹੈ? ਐਜੂਕੇਸ਼ਨ ਦਾ ਬੁਰਾ ਹਾਲ ਕੀਤਾ ਹੋਇਆ ਹੈ। ਮੇਰੇ ਕੋਲ ਅੱਜ ਇੱਕ ਕੇਸ ਆਇਆ। ਮੈਂ ਤੁਹਾਡੇ ਕੋਲ ਹਮੇਸ਼ਾ ਕਈ ਵਾਰ ਇਹ ਗੱਲ ਕਹਿ ਕੇ ਗਿਆ ਕਿ ਸਰਕਾਰੀ ਸਕੂਲਾਂ ਨੂੰ ਲਿਖਤੀ ਹਦਾਇਤ ਆ ਵੀ 8ਵੀਂ ਤੱਕ ਬੱਚਾ ਨਹੀਂ ਫੇਲ ਕਰਨਾ, 8ਵੀਂ ਤੱਕ ਫੇਲ ਨਹੀਂ ਕਰਨਾ, 9ਵੀਂ ਚ ਉਹਨੂੰ ਆਣਾ ਕੱਖ ਨਹੀਂ, 10ਵੀਂ ਉਹਨੇ ਕ੍ਰਾਸ ਨਹੀਂ ਕਰਨੀ। ਆ ਹਾਲ ਜਿਹੜਾ ਸਾਡੇ ਸਮਾਜ ਦਾ ਹੋ ਗਿਆ। ਲੇਕਿਨ ਅੱਜ ਇੱਕ ਗੱਲ ਹੋਰ ਮੇਰੇ ਸਾਹਮਣੇ ਆਈ ਹੈ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ। ਚੱਕ ਹਕੀਮ ਦਾ ਇੱਕ ਬੰਦਾ ਮੇਰੇ ਕੋਲ ਆਇਆ, ਕਹਿੰਦਾ ਜੀ ਇੱਕ ਪ੍ਰੋਬਲਮ ਆ ਗਈ ਹੈ। ਮੈਂ ਕਿਹਾ ਦੱਸੋ ਜੀ। ਕਹਿੰਦਾ ਇੱਕ ਪ੍ਰੋਬਲਮ ਹੈ ਕਿ ਮੇਰਾ ਬੱਚਾ 7ਵੀਂ ਕਲਾਸ ਦੇ ਵਿੱਚ ਪੜ੍ਹਦਾ ਸੀ, 7ਵੀਂ ਦਾ ਸਟੂਡੈਂਟ ਸੀ ਮੇਰਾ ਬੱਚਾ, ਔਰ ਉਹ 7ਵੀਂ ਦੇ ਵਿੱਚ ਬਿਮਾਰ ਹੋ ਗਿਆ। ਉਸ ਤੋਂ ਬਾਅਦ ਵਿੱਚ ਸਕੂਲ ਨਹੀਂ ਗਿਆ, ਲੇਕਿਨ ਸਕੂਲ ਵਾਲਿਆਂ ਨੇ ਚੱਕ ਕੇ ਉਹਨੂੰ 8ਵੀਂ ਚ ਕਰ ਦਿੱਤਾ। 8ਵੀਂ ਚ ਕਰਤਾ, 1.5 ਸਾਲ ਹੋ ਗਿਆ ਉਹ ਬੱਚਾ ਸਕੂਲ ਨਹੀਂ ਗਿਆ। ਹੁਣ ਉਹ ਠੀਕ ਹੋਇਆ, ਕਹਿੰਦਾ ਮੈਡੀਕਲ ਸਰਟੀਫਿਕੇਟ ਸਾਡੇ ਕੋਲ ਆ, ਲੇਕਿਨ ਉਹਨਾਂ ਨੇ ਉਹਨੂੰ 8ਵੀਂ ਵੀ ਪਾਸ ਕਰਾਤੀ। ਸਕੂਲ ਨਹੀਂ ਗਿਆ 1.5 ਸਾਲ, 8ਵੀਂ ਵੀ ਪਾਸ ਕਰਾਤੀ। ਕਹਿੰਦਾ ਅਸੀਂ ਹੁਣ ਜਾ ਕੇ ਉਹਨਾਂ ਨੂੰ ਕਹਿ ਰਹੇ ਤੁਸੀਂ ਇਹਨਾਂ ਨੂੰ 7ਵੀਂ ਚ ਦੁਬਾਰਾ ਰੱਖ ਲਓ। ਉਹ ਕਹਿੰਦੇ ਨਹੀਂ ਹੁਣ ਤਾਂ 9ਵੀਂ ਚ ਬਿਠਾਉਣਾ ਇਹਨੂੰ। ਦੱਸੋ ਆ ਹਾਲ ਹੋ ਰਿਹਾ। ਇਹ ਅਸਲੀਅਤ ਦੱਸ ਰਿਹਾ ਚੱਕ ਹਕੀਮ ਦੀ ਅਸਲੀਅਤ ਦੱਸ ਰਿਹਾ। ਆ ਹਾਲ ਹੋ ਰਿਹਾ ਸਰਕਾਰੀ ਸਕੂਲਾਂ ਦੇ ਵਿੱਚ। ਫਿਰ ਆਪਾਂ ਕਿੱਥੇ ਖੜੇ ਆ? ਫਿਰ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦਾ ਸੁਪਨਾ ਕਿੱਥੇ ਖੜਾ? ਮੈਂ ਤੁਹਾਨੂੰ ਸਤਿਕਾਰਯੋਗ ਸਾਥੀਓ ਬੇਨਤੀ ਕਰਦਾ ਹਾਂ, ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਨੇ ਸਾਨੂੰ ਇਸ ਦੇਸ਼ ਦੇ ਅੰਦਰ ਇੱਕ ਇਹੋ ਜਿਹਾ ਸੰਵਿਧਾਨ ਲੈ ਕੇ ਦੇ ਦਿੱਤਾ। ਉਸ ਸੰਵਿਧਾਨ ਦੇ ਸਹਾਰੇ ਅੱਜ ਸਾਡੇ ਥੋੜੀ ਬਹੁਤੀ ਜਿਹੜੀ ਚਹਿਲ ਪਹਿਲ ਆਈ ਹੈ ਉਹਨਾਂ ਲੋਕਾਂ ਨੂੰ ਬਰਦਾਸ਼ਤ ਨਹੀਂ ਹੋ ਰਹੀ। ਉਹ ਲੋਕ ਇਸ ਦੇਸ਼ ਦੇ ਅੰਦਰ ਉਹੀ ਮਨੂਵਾਦੀ ਸਿਸਟਮ ਜਿਹੜਾ ਆ ਉਹਨੂੰ ਲਾਗੂ ਕਰਨਾ ਚਾਹੁੰਦੇ ਆ। ਜਿਨ੍ਹਾਂ ਲੋਕਾਂ ਨੇ ਇਸ ਦੇਸ਼ ਦੇ ਅੰਦਰ ਹਜ਼ਾਰਾਂ ਸਾਲ ਸਾਨੂੰ ਗੁਲਾਮ ਬਣਾ ਕੇ ਰੱਖਿਆ, ਜਿਹੜੇ ਲੋਕ ਇਸ ਦੇਸ਼ ਦੇ ਅੰਦਰ ਮਨੂਵਾਦ ਸਿਸਟਮ ਨੂੰ ਲਾਗੂ ਕਰਨਾ ਚਾਹੁੰਦੇ ਆ, ਜਿਹੜੇ ਲੋਕ ਇਸ ਦੇਸ਼ ਦੇ ਅੰਦਰ ਮਾਨਵਤਾਵਾਦ ਦੇ ਸਿਸਟਮ ਨੂੰ ਖਤਮ ਕਰਨਾ ਚਾਹੁੰਦੇ ਆ, ਉਹ ਲੋਕ ਅੱਜ ਬੜੀ ਸਪੀਡ ਦੇ ਨਾਲ ਆਪਣਾ ਕੰਮ ਕਰ ਰਹੇ ਆ। ਲੇਕਿਨ ਆਪਾਂ ਅਵੇਸਲੇ ਹੋ ਕੇ ਬੈਠੇ ਆ। ਸਾਨੂੰ ਇਸ ਗੱਲ ਦੇ ਉੱਤੇ ਵਿਚਾਰ ਕਰਨੀ ਪਏਗੀ। ਆਪਣਾ ਅਵੇਸਲਾਪਨ ਜਿਹੜਾ ਆ ਉਹ ਦੂਰ ਕਰਨਾ ਪਏਗਾ, ਨਹੀਂ ਤਾਂ ਆਪਾਂ ਬਹੁਤ ਪਿੱਛੇ ਚਲੇ ਜਾਵਾਂਗੇ। ਨਹੀਂ ਤਾਂ ਆਪਣਾ ਭਵਿੱਖ ਜਿਹੜਾ ਆ, ਬੱਚਿਆਂ ਦਾ ਭਵਿੱਖ ਜਿਹੜਾ ਆ ਉਹ ਬਹੁਤ ਵੱਡੇ ਹਨੇਰੇ ਵਿੱਚ ਜਾਣ ਵਾਲਾ ਆ। ਮੈਂ ਤੁਹਾਨੂੰ ਇੱਕੋ ਹੀ ਬੇਨਤੀ ਕਰਦਾ ਕਿ ਜਦੋਂ ਵੀ ਕਿਤੇ ਸਮਾਜ ਨੂੰ ਬਚਾਉਣ ਦੀ ਗੱਲ ਆਵੇ, ਜਦੋਂ ਵੀ ਕਿਤੇ ਸਮਾਜ ਦੇ ਉੱਤੇ ਭਾਰੀ ਪੈਂਦੀ ਹੈ, ਜਿਸ ਤਰ੍ਹਾਂ ਦਾ ਇਕੱਠ 2 ਅਪ੍ਰੈਲ ਨੂੰ ਹੋਇਆ, 2 ਅਪ੍ਰੈਲ ਨੂੰ ਆਪਾਂ ਹੱਦ ਬੰਨੇ ਟੱਪ ਗਏ। ਆਪਾਂ ਇੱਕ ਇਕੱਠ ਇਦਾਂ ਦਾ ਕਰਕੇ ਦਿਖਾ ਦਿੱਤਾ ਕਿ ਜਿਸ ਇਕੱਠ ਨੇ ਕੇਂਦਰ ਦੀ ਸਰਕਾਰ ਨੂੰ ਹਿਲਾ ਕੇ ਰੱਖ ਦਿੱਤਾ। ਉਹੀ ਇਕੱਠ ਜਿਹੜਾ ਆ ਸਾਨੂੰ ਆਪਣੇ ਹਰ ਇੱਕ ਮੁੱਦੇ ਦੇ ਉੱਤੇ ਚਾਹੀਦਾ ਹੈ। ਜਦੋਂ ਵੀ ਸਮਾਜ ਦੇ ਉੱਤੇ ਭਾਰੀ ਪੈਂਦੀ ਹੈ, ਜਦੋਂ ਵੀ ਬਾਬਾ ਸਾਹਿਬ ਦੇ ਸੰਵਿਧਾਨ ਨੂੰ ਬਦਲਣ ਦੀ ਗੱਲ ਚੱਲਦੀ ਹੈ, ਜਦੋਂ ਵੀ ਸਾਡੀ ਰਿਜ਼ਰਵੇਸ਼ਨ ਤੇ ਅਟੈਕ ਹੁੰਦਾ, ਜਦੋਂ ਵੀ ਤੁਹਾਡੇ ਅਧਿਕਾਰਾਂ ਦੇ ਉੱਤੇ ਕੋਈ ਡਾਕਾ ਮਾਰਨ ਦੀ ਗੱਲ ਕਰਦਾ ਹੈ, ਤਾਂ ਤੁਸੀਂ ਇੱਕ ਹੋ ਜਾਓ। ਅਗਰ ਇੱਕ ਨਹੀਂ ਹੋਵੋਗੇ ਤਾਂ ਬਾਬਾ ਸਾਹਿਬ ਦਾ ਸੁਪਨਾ ਜਿਹੜਾ ਆ ਉਹ ਅਧੂਰਾ ਹੀ ਰਹਿ ਜਾਵੇਗਾ। तो मैं तुहानू यही बेनती करता होया बाबा साहब डॉक्टर अंबेडकर जी दे 127वें पावन पवित्र जन्म दिहाड़े दी लख लख मुबारकबाद दिंदा होया इस आस और भरोसे दे नाल कि तुसी जदों भी समाज दे उत्ते भीड़ पैगी इकमुठ होके अपने बाकी सारे रजेवें छड्ड के एक जगह इकट्ठे होवोगे। तुहाडा बहुत बहुत धन्यवाद। जय भीम जय भारत। वेख के उसनू कुत्ते भौंकण खुले बंद की वाड़ झज्जा वर्गे कन्न सी ओदे ਚੱਕੀ ਪੁਰ ਜਹੇ ਪੈਰ ਜੋ ਵੀ ਉਹਨਾਂ ਹੇਠ ਆ ਗਿਆ ਨਹੀਂ ਰਤਾ ਵੀ ਖੈਰ ਪੇਟ ਭਰਨ ਲਈ ਟੱਪ ਗਿਆ ਉਹ ਹਰੇ ਖੇਤ ਦੀ ਵਾੜ ਮੂੰਹ ਚੋਂ ਨਿਕਲੇ ਦੰਦ ਜਿਵੇਂ 2 ਲਿਸ਼ਕਦੀਆਂ ਤਲਵਾਰਾਂ ਅੱਖਾਂ ਤੋਂ ਸ਼ਲਮਾਲ
ਨਿਕਲ ਜਾਪੇ ਜਦ ਮੈਂ ਜਾਤੀ ਮਾਰਾਂ ਤੁਰਦਾ ਬੇਪਰ ਵਾਹਾਂ ਵਾਂਗੂ ਸਿਰ ਤੋਂ ਬੁੱਝ ਉਤਾੜ ਲੰਮ ਸਲਮੀ ਸੁੰਡ ਸੀ ਉਹਦੀ ਹੋਵੇ ਜਿਵੇਂ ਸਰਾਲ ਇੱਕੋ ਵਾਰ ਚ ਥੱਬਾ ਚਾਰਾ ਪੁੱਟ ਲਵੇ ਉਹ 108 ਸੰਤ ਬਾਬਾ ਮਹਿੰਦਰਪਾਲ ਜੀ ਪਣਬਾ ਜਿਹੜਾ ਸੰਤ ਬਾਬਾ ਹੰਸਾ ਜੀ ਗਦੀਸ਼ੀਨ ਉਹਨਾਂ ਦੇ ਨਾਲ ਸਾਡੇ ਸੈਕਟਰੀ ਸਾਹਿਬ ਬਾਲ ਕਿਸ਼ਨ ਜੀ ਵਿਸ਼ੇਸ਼ ਤੌਰ ਤੇ ਪਹੁੰਚਿਆ ਧੰਨਵਾਦ ਕਰਦੇ ਹਾਂ ਪ੍ਰਬੰਧਕ ਕਮੇਟੀ ਵੱਲੋਂ पुत्री तीर्थ कुमार जी स्टेज के खब्बे पासे आ जाए 2 नंबर ते आंचल कुमारी डॉक्टर रमेश शाह रोशनी कुमारी ते दिनेश शाह 3 नंबर ते प्रीतिका सपुत्री कुलदीप राम ये भी स्टेज ला के मैं स्पॉन्सर ने बेनती करा ते साडे मैंबर साहबान 108 संत बाबा महेंद्रपाल जी गदीशीन डेरा 108 संत बाबा हंसा जी पणबा उन्होंने बालकिशन जी हरियाम जी नगर सरपंच सुरजीत सिंह जी ते नाल प्रबंधक सज्जन मंच ते आउणगे इन्हां बच्चों प्यार सत्कार दे नाल टन बाय टन
ਮੋਮੈਂਟੋ ਬੇਨਤੀ ਕਰਾਂ ਬਾਬਾ ਜੀ ਨੂੰ ਮਾਨ ਸਨਮਾਨ ਨਿਸ਼ਾਨ ਚੰਦ ਭੇਟ ਕੀਤੇ ਜਾਣ। ਗੁਰਦਾਸ ਮਹਾਰਾਜ ਕੀ ਜੈ। ਜਰਨੈਲ ਨੰਗਲ ਜੀ ਵਿਸ਼ੇਸ਼ ਤੌਰ ਤੇ ਸਾਡੇ ਵਿਚਕਾਰ ਪਹੁੰਚੇ, ਉਹਨਾਂ ਦੇ ਨਾਲ ਸਾਡੇ ਹਰਭਜਨ ਸੁਮਨ ਜੀ। ਅਗਲਾ ਸਨਮਾਨ ਚਿੰਨ੍ਹ ਬਾਲ ਕ੍ਰਿਸ਼ਨ ਜੀ ਸਾਡੇ ਸੈਕਟਰੀ ਸਾਹਿਬ। ਬਾਬਾ ਜੀ ਦੇ ਡੇਰੇ ਦੇ ਉਹਨਾਂ ਦਾ ਵੀ ਸਨਮਾਨ ਚਿੰਨ੍ਹ। ਮਾਨਜੋ ਖਰੀ ਜੀ ਉਹਨਾਂ ਦਾ ਵੀ ਸਨਮਾਨ। ਇਹਨਾਂ ਦੀ ਵੱਖੋ ਵੱਖਰੀ ਅਦਾਕਾਰੀ ਦੇ ਨਾਲ ਕੋਰੀਓਗ੍ਰਾਫੀ ਨਾਟਕ ਹਰਭਜਨ ਸੁਮਨ ਜੀ ਉਹ ਵੀ ਲੋਕ ਪੈਦਾ ਹੋਏ ਹੋਣਗੇ ਤਾਂ ਕੀ ਬਾਬਾ ਸਾਹਿਬ ਅੰਬੇਡਕਰ ਨੇ ਇਦਾਂ ਦਾ ਕਰ ਦਿੱਤਾ ਕਿ 14 ਅਪ੍ਰੈਲ 1891 ਤੋਂ ਬਾਅਦ 127 ਸਾਲ ਬਾਅਦ ਵੀ ਅੱਜ ਬਾਬਾ ਸਾਹਿਬ ਅੰਬੇਡਕਰ ਦਾ ਜਨਮ ਦਿਨ ਮਨਾਇਆ ਜਾ ਰਿਹਾ। ਇਹ ਬੜੇ ਸੋਚਣ ਤੇ ਵਿਚਾਰਨ ਦੀ ਗੱਲ ਹੈ। ਸਾਡਾ ਦੁਸ਼ਮਣ ਬਾਬਾ ਸਾਹਿਬ ਅੰਬੇਡਕਰ ਦਾ ਜਨਮ ਦਿਨ ਨਹੀਂ ਮਨਾ ਰਿਹਾ। ਬਾਬਾ ਸਾਹਿਬ ਅੰਬੇਡਕਰ ਦਾ ਜਨਮ ਦਿਨ ਉਹੀ ਲੋਕ ਮਨਾ ਰਹੇ ਆ ਜਿਹੜੇ ਮੰਨਦੇ ਆ ਕਿ ਬਾਬਾ ਸਾਹਿਬ ਅੰਬੇਡਕਰ ਦੀ ਬਦੌਲਤ ਅੱਜ ਅਸੀਂ ਮਾਨ ਸਨਮਾਨ ਦੀ ਜ਼ਿੰਦਗੀ ਜੀ ਰਹੇ ਹਾਂ। ਦੋਸਤੋ, ਬਾਬਾ ਸਾਹਿਬ ਅੰਬੇਡਕਰ ਦਾ ਕੁਰਬਾਨੀਆਂ ਭਰੀਆਂ ਜਿਹੜੀਆਂ ਨੀਆਂ ਸੀਗੀਆਂ ਉੱਤੇ ਅੱਜ ਖੁਸ਼ੀਆਂ ਦਾ ਮਹਿਲ ਅਸੀਂ ਉਸਾਰ ਕੇ ਬੜੇ ਸੁਖਮਈ ਜ਼ਿੰਦਗੀ ਜੀ ਰਹੇ ਹਾਂ। ਅੱਜ ਜੱਟੋ ਜੱਟਾਂ ਚੋਂ ਬਹੁਤ ਸਾਰੇ ਸਾਥੀ NRI ਹਨ, ਬਹੁਤ ਸਾਰੇ ਲੋਕ ਜੌਬ ਕਰਦੇ ਹਨ, ਮਗਰ ਅਗਰ ਇਹਨਾਂ ਦਾ ਇਤਿਹਾਸ ਦੇਖੀਏ ਤਾਂ ਇਹ ਮਹਿਲਾਂ ਦੀਆਂ ਖੁਸ਼ੀਆਂ ਤੇ ਜਿਹੜੇ ਮਹਿਲ ਹੈ ਇਹਦੀਆਂ ਨੀਆਂ 'ਚ ਬਾਬਾ ਸਾਹਿਬ ਅੰਬੇਡਕਰ ਦੀਆਂ ਕੁਰਬਾਨੀਆਂ, ਉਹਨਾਂ ਦੇ ਦੁੱਖ ਝਲਕਦੇ ਆ। ਜਿਹਦੀ ਮੈਂ ਇੱਕ ਐਗਜ਼ਾਮਪਲ ਦੇ ਕੇ ਤੁਹਾਡੇ ਤੋਂ ਰਜ਼ਾ ਲੈ ਲੈਣੀ ਹੈ। ਮੈਂ ਬੇਨਤੀ ਕਰਦਾ ਉਸ ਸਮੇਂ ਦੀ ਜਦੋਂ ਬਾਬਾ ਸਾਹਿਬ ਅੰਬੇਡਕਰ ਦੇ ਜਿਹੜੇ PSC ਨਾਨਕ ਚੰਦ ਰੱਤੂ ਉਹ ਬਾਬਾ ਸਾਹਿਬ ਅੰਬੇਡਕਰ ਦੀ ਸੇਵਾ ਕਰਿਆ ਕਰਦਾ ਸੀ। ਬਾਬਾ ਸਾਹਿਬ ਅੰਬੇਡਕਰ ਬਜ਼ੁਰਗ ਹੋ ਗਏ ਤੇ ਆਖਰੀ ਟਾਈਮ ਸੀਗਾ ਤੇ ਬਾਬਾ ਸਾਹਿਬ ਅੰਬੇਡਕਰ ਇੱਕ ਕਿਤਾਬ ਲਿਖ ਰਹੇ ਸੀ। ਤਾਂ ਜਦੋਂ ਬਾਬਾ ਸਾਹਿਬ ਅੰਬੇਡਕਰ ਇੱਕ ਕਿਤਾਬ ਲਿਖ ਰਹੇ ਸਨ ਤਾਂ ਜਿਹੜਾ ਨਾਨਕ ਚੰਦ ਰੱਤੂ PA ਸੀਗਾ ਉਹਨਾਂ ਦਾ, ਉਹ ਬਾਬਾ ਸਾਹਿਬ ਅੰਬੇਡਕਰ ਤੋਂ ਇਜਾਜ਼ਤ ਲੈ ਕੇ ਘਰ ਜਾਣ ਲੱਗਾ। ਤਾਂ ਜਦੋਂ ਬਾਬਾ ਸਾਹਿਬ ਅੰਬੇਡਕਰ ਤੋਂ ਇਜਾਜ਼ਤ ਲੈ ਕੇ ਘਰ ਨੂੰ ਜਾਣ ਲੱਗਾ ਤਾਂ ਪਿੱਛੇ ਬਾਬਾ ਸਾਹਿਬ ਅੰਬੇਡਕਰ ਨੇ ਆਵਾਜ਼ ਲਗਾਈ ਤਾਂ ਨਾਨਕ ਚੰਦ ਰੱਤੂ ਮੁੜ ਕੇ ਵਾਪਸ ਆਇਆ ਤਾਂ ਬਾਬਾ ਸਾਹਿਬ ਅੰਬੇਡਕਰ ਨੇ ਕਿਹਾ ਕਿ ਨਾਨਕ ਚੰਦ ਰੱਤੂ ਸਵੇਰੇ ਜਲਦੀ ਆ ਜਾਈ, ਆਪਾਂ ਕਿਤਾਬ ਪੂਰੀ ਕਰਨੀ ਆ। ਤੇ ਨਾਨਕ ਚੰਦ ਰੱਤੂ ਜਿਹੜਾ ਬਾਬਾ ਸਾਹਿਬ ਅੰਬੇਡਕਰ ਦੀ ਸੇਵਾ ਕਰਿਆ ਕਰਦਾ ਸੀ ਉਹ ਘਰ ਚਲੇ ਗਿਆ। ਉਹ ਘਰ ਜਾਣ ਤੋਂ ਬਾਅਦ ਜਦੋਂ ਸਵੇਰੇ ਆਇਆ ਕੀ ਦੇਖਦਾ ਕਿ ਬਾਬਾ ਸਾਹਿਬ ਅੰਬੇਡਕਰ ਨੂੰ ਜਿਸ ਹਾਲਤ ਦੇ ਵਿੱਚ ਲਿਖਦਿਆਂ ਹੋਇਆ ਛੱਡ ਕੇ ਗਏ ਸੀ, ਬਾਬਾ ਸਾਹਿਬ ਅੰਬੇਡਕਰ ਉਸੇ ਹਾਲਤ ਦੇ ਵਿੱਚ ਲਿਖਣ ਦੇ ਵਿੱਚ ਮਗਨ ਹੈ। ਤਾਂ ਜਦੋਂ ਨਾਨਕ ਚੰਦ ਰੱਤੂ ਬਾਬਾ ਸਾਹਿਬ ਅੰਬੇਡਕਰ ਦੇ ਕੋਲ 10-15 ਮਿੰਟ ਖੜਾ ਰਿਹਾ ਤਾਂ ਬਾਬਾ ਸਾਹਿਬ ਅੰਬੇਡਕਰ ਨੇ ਗਰਦਨ ਚੱਕ ਕੇ ਵੀ ਨਾਨਕ ਚੰਦ ਰੱਤੂ ਵੱਲ ਨਹੀਂ ਦੇਖਿਆ। ਤਾਂ ਨਾਨਕ ਚੰਦ ਰੱਤੂ ਸਮਝ ਗਿਆ ਕਿ ਬਾਬਾ ਸਾਹਿਬ ਅੰਬੇਡਕਰ ਦਾ ਧਿਆਨ ਮੇਰੇ ਵੱਲ ਨਹੀਂ ਹੈ, ਕਿਤਾਬਾਂ ਵੱਲ ਹੈ। ਤਾਂ ਨਾਨਕ ਚੰਦ ਰੱਤੂ ਨੇ ਜਾਣ ਬੁੱਝ ਕੇ ਬਾਬਾ ਸਾਹਿਬ ਅੰਬੇਡਕਰ ਦੇ ਟੇਬਲ ਤੋਂ ਕਿਤਾਬਾਂ ਇੱਧਰ ਉੱਧਰ ਕੀਤੀਆਂ ਤਾਂ ਬਾਬਾ ਸਾਹਿਬ ਅੰਬੇਡਕਰ ਦਾ ਧਿਆਨ ਆਪਣੇ ਵੱਲ ਖਿੱਚਿਆ। ਜਰਾ ਸੋਚੋ, ਤਾਂ ਬਾਬਾ ਸਾਹਿਬ ਅੰਬੇਡਕਰ ਨੇ ਜਦੋਂ ਨਾਨਕ ਚੰਦ ਰੱਤੂ ਵੱਲ ਅੱਖ ਚੱਕ ਕੇ ਦੇਖਿਆ ਤਾਂ ਉਹਨਾਂ ਦੇ ਮੂੰਹ 'ਚ ਜਿਹੜੇ ਸ਼ਬਦ ਨਿਕਲੇ ਤਾਂ ਪਤਾ ਕੀ ਕਹਿਣ ਲੱਗੇ, ਕਹਿੰਦੇ ਨਾਨਕ ਚੰਦ ਰੱਤੂ ਤੂੰ ਘਰ ਨੂੰ ਹਜੇ ਗਿਆ ਹੀ ਨਹੀਂ। ਤਾਂ ਨਾਨਕ ਚੰਦ ਰੱਤੂ ਬਾਬਾ ਸਾਹਿਬ ਅੰਬੇਡਕਰ ਦੀ ਇਹ ਗੱਲ ਸੁਣ ਕੇ ਰੋ ਪਿਆ ਤੇ ਬਾਬਾ ਸਾਹਿਬ ਅੰਬੇਡਕਰ ਨੂੰ ਰੋਂਦੇ ਹੋਏ ਕਹਿਣ ਲੱਗਾ ਕਿ ਬਾਬਾ ਸਾਹਿਬ ਅੰਬੇਡਕਰ ਮੈਂ ਕੱਲ ਰਾਤੀ 8-9 ਵਜੇ ਘਰ ਗਿਆ ਸੀ, ਹੁਣ ਸਵੇਰ ਦੇ 8-9 ਵੱਜ ਚੁੱਕੇ ਆ, ਮੈਂ 8 ਘੰਟੇ ਦੀ ਆਪਣੀ ਨੀਂਦ ਪੂਰੀ ਕਰਕੇ ਵੀ ਆ ਗਿਆ, ਕੀ ਕਾਰਨ ਹੈ ਤੁਸੀਂ ਹਜੇ ਤੱਕ ਲਿਖੀ ਜਾਂਦੇ ਹੋ। ਤਾਂ ਬਾਬਾ ਸਾਹਿਬ ਅੰਬੇਡਕਰ ਜਿਹੜਾ ਲਿਖ ਰਹੇ ਸੀ ਉਹ ਵੀ ਰੋਣ ਲੱਗ ਪਏ। ਤਾਂ ਰੋਂਦੇ ਹੋਏ ਭਰੇ ਮਨ ਨਾਲ ਨਾਨਕ ਚੰਦ ਰੱਤੂ ਨੂੰ ਕਹਿਣ ਲੱਗੇ, ਨਾਨਕ ਚੰਦ ਰੱਤੂ ਮੇਰੇ ਕੋਲ ਜ਼ਿੰਦਗੀ ਕੋਲ ਇੰਨਾ ਟਾਈਮ ਨਹੀਂ ਹੈ ਕਿ ਆਪਣੇ ਸਮਾਜ ਦੇ ਕੱਲੇ-ਕੱਲੇ ਪਿੰਡ ਤੇ ਕੱਲੇ-ਕੱਲੇ ਘਰ ਜਾ ਕੇ ਸਮਾਜ ਨੂੰ ਸਮਝਾ ਸਕਾਂ। ਮੈਂ ਇਸ ਕਰਕੇ ਦਿਨ ਰਾਤ ਲਿਖਣ ਦੇ ਵਿੱਚ ਲੱਗਾ ਕਿਉਂਕਿ ਮੇਰੇ ਮਰਨੇ ਤੋਂ ਬਾਅਦ ਮੇਰੀਆਂ ਕਿਤਾਬਾਂ ਹੀ ਮੇਰੇ ਸਮਾਜ ਨੂੰ ਮਾਰਗਦਰਸ਼ਨ ਕਰਨਗੀਆਂ। ਉਹ ਇਨਸਾਨ ਕਹਿੰਦੇ ਜਿਹਦੇ ਲਿਖਦੇ ਲਿਖਦੇ ਉਂਗਲੀਆਂ ਦੇ ਪੋਟਿਆਂ ਵਿੱਚੋਂ ਖੂਨ ਵੀ ਆ ਜਾਂਦਾ ਸੀ, ਉਹਨੇ ਇੰਨੀਆਂ ਕਿਤਾਬਾਂ ਪਲਟੀਆਂ। ਜਿਹੜਾ ਇਨਸਾਨ ਰਾਸ ਟਾਈਮ ਤੇ ਮੈਨੂੰ ਕਹਿਣਾ ਸ਼ੋਭਾ ਨਹੀਂ ਦਿੰਦਾ
ਕਹਿੰਦੇ ਕਿ ਲਾਸਟ ਟਾਈਮ ਤੇ ਬਾਬਾ ਸਾਹਿਬ ਅੰਬੇਡਕਰ ਦੀ ਇੰਨੀ ਨਿਗਾਹ ਕਮਜ਼ੋਰ ਹੋ ਗਈ ਸੀ ਕਿ ਉਹ ਕੰਧ ਨੂੰ ਫੜ ਕੇ ਵੀ ਚੱਲਣ ਲੱਗ ਪਏ ਸੀ। ਕਹਿਣ ਦਾ ਮਤਲਬ ਅੰਨਿਆਂ ਵਾਲੀ ਜ਼ਿੰਦਗੀ ਜੀਉਂ ਜੋਗੇ ਹੋ ਗਏ। ਕਿਹਨਾਂ ਦੀ ਬਦੌਲਤ? ਸਾਡੀ ਬਦੌਲਤ। ਕਿਉਂਕਿ ਉਹਨਾਂ ਨੂੰ ਆਸ ਸੀ ਕਿ ਆਉਣ ਵਾਲਾ ਸਮਾਜ ਮੇਰੀਆਂ ਕਿਤਾਬਾਂ ਪੜੂਗਾ, ਮੇਰੇ ਰਾਸਤੇ 'ਤੇ ਚੱਲੂਗਾ। ਪਰ ਦੁੱਖ ਦੀ ਗੱਲ ਆ, ਮੇਰਾ ਖਿਆਲ, ਮੈਂ ਬੁਰਾ ਨਾ ਮੰਨਿਓ, ਮੈਨੂੰ ਕੋਰੀ ਕਰਾਈ ਗੱਲ ਕਹਿਣ ਦੀ ਆਦਤ ਹੈ। ਤੁਹਾਡੇ ਜਗਤਪੁਰ ਜੱਟਾਂ 'ਚ ਹੱਥ ਖੜਾ ਕਰੋ, ਕਿੰਨਿਆਂ ਦੇ ਘਰਾਂ 'ਚ ਬਾਬਾ ਸਾਹਿਬ ਅੰਬੇਡਕਰ ਦੀ ਲਿਖੀ ਹੋਈ ਕਿਤਾਬ ਹੈ। ਅਸੀਂ ਘਰਾਂ ਦੀ ਤਲਾਸ਼ੀ ਲੈਣ ਲੱਗ ਪਈਏ, ਸਾਨੂੰ ਹਨੂਮਾਨ ਚਾਲੀਸਾ ਮਿਲ ਜਾਊਗਾ, ਸਾਨੂੰ ਰਾਮ ਦੀ ਕਿਤਾਬ ਮਿਲ ਜਾਊਗੀ, ਸਾਨੂੰ ਸ਼ਿਵ ਪੁਰਾਣ ਮਿਲ ਜਾਊਗਾ, ਹੋਰ ਧਾਰਮਿਕ ਕਿਤਾਬਾਂ ਮਿਲ ਜਾਊਗੀਆਂ। ਜਿਸ ਇਨਸਾਨ ਦੀ ਬਦੌਲਤ ਅਸੀਂ ਅੱਜ ਬੋਲ ਰਹੇ ਹਾਂ, ਜਿਸ ਇਨਸਾਨ ਦੀ ਬਦੌਲਤ ਅਸੀਂ ਨੌਕਰੀਆਂ ਕਰ ਰਹੇ ਹਾਂ, ਜਿਸ ਇਨਸਾਨ ਦੀ ਬਦੌਲਤ ਅਸੀਂ NRI ਬੈਠੇ ਹਾਂ, ਜਿਸ ਇਨਸਾਨ ਦੀ ਬਦੌਲਤ ਮੇਰੀਆਂ ਮਾਵਾਂ ਭੈਣਾਂ ਇਨਸਾਨ ਮਰਦਾਂ ਦੇ ਬਰਾਬਰ ਬੈਠੀਆਂ, ਉਸ ਇਨਸਾਨ ਦੀ ਜ਼ਿੰਦਗੀ ਬਾਰੇ ਸਾਨੂੰ ਕੁਝ ਨਹੀਂ ਪਤਾ। ਸਾਨੂੰ ਉਸ ਹਨੂਮਾਨ ਬਾਰੇ ਪਤਾ, ਉਸ राम बारे पता, उस कृष्ण बारे पता, उस गणेश बारे पता, उस सारे जहान दे बाबे देवी देवते पीर पैगंबरां बारे पता। ते तुहानू ये नहीं पता हजे तक कि बाबा साहब अंबेडकर दा जन्म कित्थे होया सी, बाबा साहब अंबेडकर कित्थे मरे, बाबा साहब अंबेडकर दे किन्ने बच्चे सी, बाबा साहब अंबेडकर ने साडे लई की कीता। सानू किसे ब्राह्मण ने आके नहीं दसना दोस्तों, ये तुहानू ही दसना पैना अपने बच्चों नू कि साडे लई ये कोट पैंट बाबे, कोट पैंट वाले बाबे ने कुछ कीता ना, कि किसे मोर वाले ने कीता ना, किसे चूहे वाले ने कीता ते ना किसे होर ने कीता। सो मेरी तुहानू बेनती है कि अपने बच्चों नू समझाओ कि यही वो महापुरुष कोट पेंट वाला जिहदी बदौलत अज असीं मान सन्मान की जिंदगी जी रहे हैं। टाइम घट है, मेरे पिछे भाई साहब आके खड़ गया, मैं माफी का हकदार है, मगर मैं तुहाडे तक शेर मार के कह के रजा लेनी है। किसी शायर ने कहा कि बदलते रुख हवाओं का जो, बदलते रुख हवाओं का जो ऐसा हुनर पैदा करो, पत्थर भी पिघलने लगेंगे मौत की तरह, अपनी जुबान में ऐसा रसूख पैदा करो। अगर जीना चाहते हो तुम आत्म सम्मान से ऐ जगतपुर जट्टा के निवासियों, तो अपने घर घर में एक अंबेडकर पैदा करो, एक अंबेडकर पैदा करो। जय भीम, जय भारत, नमो बुद्धाय। प्रबंधकों वालों पंच तुसीं भी नाल आ जाओ। खुशी हुई ਜਦੋਂ ਵੀਰਾਂ ਨੇ ਹੱਥ ਖੜੇ ਕੀਤੇ ਕਿ ਸਾਡੇ ਹੱਥ ਘਰ ਦੇ ਵਿੱਚ ਸੰਵਿਧਾਨ ਹੈ, ਬਾਬਾ ਸਾਹਿਬ ਦੀ ਲਿਖੀ ਕਿਤਾਬ ਹੈ, ਪਰ ਬਾਕੀਆਂ ਦੇ ਥੋੜਾ ਜਿਹਾ ਇਹਨਾਂ ਗੱਲਾਂ ਵੱਲ ਗੌਰ ਕਰਿਆ ਕਰੋ। ਤੇ ਪ੍ਰਵਾਜ਼ ਰੰਗਮੰਚ ਦੀ ਪੇਸ਼ਕਾਰੀ ਤੋਂ ਪਹਿਲਾਂ ਤੁਹਾਡੇ ਨਾਲ ਇੱਥੋਂ ਦੇ ਹੀ ਜਗਤਪੁਰ ਜੱਟਾਂ ਦੇ ਬੱਚੇ ਇੱਕ ਗੀਤ ਪੇਸ਼ ਕਰਨਗੇ, ਉਸ ਤੋਂ ਬਾਅਦ ਅਗਲਾ ਪ੍ਰੋਗਰਾਮ ਹੋਵੇਗਾ। ਜਦੋਂ ਤੂੰ ਤੇ ਸਾਡਾ ਕਾਫਿਲਾ, ਜਦੋਂ ਤੁਰ ਪਿਆ ਸਾਡਾ ਕਾਫਿਲਾ, ਦੇਖੇ ਕੋਈ ਸਾਨੂੰ ਰੋਕ ਕੇ, ਬਾਬਾ ਸਾਹਿਬ ਤੇਰੀ ਸੋਚ ਤੇ, ਬਾਬਾ ਸਾਹਿਬ ਤੇਰੀ ਸੋਚ ਤੇ, ਭੀਮ ਰਾਓ ਤੇਰੀ ਸੋਚ ਤੇ। Oh,
ਤੱਕੜੀ 'ਚ ਬਹਿ ਕੇ ਗੱਲਾਂ ਕਾਮਰੇਡੀ ਦੀਆਂ ਕਰਦਾ, ਉਂਝ ਉਹ ਵੀ ਕਿਰਤੀਆਂ ਦੇ ਹੱਕਾਂ ਦੀ ਹਾਮੀ ਭਰਦਾ। ਕਦੇ ਕਦੇ ਬੋਲ ਦਿੰਦਾ ਗੱਲ ਨਵੀਂ ਨਰੋਈ, ਮਾਂ ਨਾਲ ਤਾਂ ਕਦੇ ਕੋਈ ਗੱਲ ਹੀ ਨਾ ਹੋਈ। ਮਾਂ ਤਾਂ ਬਸ ਰੋਟੀ ਪੁੱਛਦੀ ਸੀ, ਨਿੱਕੀ ਨਿੱਕੀ ਗੱਲ ਤੇ ਰੁੱਸਦੀ ਸੀ। ਮਾਂ ਤਾਂ ਫਰਕ ਨਾ ਕਰਦੀ ਕਦੇ ਕੋਈ, ਮਾਂ ਨਾਲ ਤਾਂ ਕਦੇ ਕੋਈ ਗੱਲ ਹੀ ਨਾ ਹੋਈ। ਪਰ ਮੈਂ ਫੇਰ ਸੋਚਦਾ, ਮਾਂ ਨੂੰ ਲੋਚਦਾ, ਜੇ ਮਾਂ ਹੁੰਦੀ ਫਰਕ ਕਰਦੀ ਕਿ ਨਾ ਕਰਦੀ, ਮੇਰੇ ਵਾਂਗ ਸਮਾਜ ਦੇ ਦੁੱਖਾਂ ਦੀ ਹਾਮੀ ਭਰਦੀ। ਹੁਣ ਤਾਂ ਮੈਂ ਮਾਂ ਜ਼ਿਆਦਾ ਚਿਲਕੋਈ, ਮਾਂ ਨਾਲ ਤਾਂ ਕਦੇ ਕੋਈ ਗੱਲ ਹੀ ਨਾ ਹੋਈ। ਮਾਂ ਤਾਂ ਆਪ ਚੰਦਰੇ ਸਮਾਜ ਅੱਗੇ ਖੁਦਕੁਸ਼ੀ ਕਰ ਗਈ ਸੀ, ਛੋਟੇ ਹੁੰਦਿਆਂ ਨੂੰ ਹੀ ਛੱਡ ਮਰ ਗਈ ਸੀ। ਹੁਣ ਤਾਂ ਹੰਝੂ ਵੀ ਮੁੱਕ ਗਏ, ਯਾਦਾਂ ਦੇ ਸਮੁੰਦਰ ਵੀ ਸੁੱਕ ਗਏ। ਇਹ ਅੱਖ ਵੀ ਚੰਦਰੀ ਕਦੇ ਨਾ ਰੋਈ, ਮਾਂ ਨਾਲ ਤਾਂ ਕਦੇ ਕੋਈ ਗੱਲ ਹੀ ਨਾ ਹੋਈ। ਪਰ ਮੈਂ ਫੇਰ ਸੋਚਦਾ, ਮਾਂ ਨੇ ਵੀ ਲੜਨਾ ਸੀ, ਗੋਰਕੀ ਦੇ ਪਾਤਰ ਭਾਵੇਂ ਵੀ ਮਾਂ ਬਣਨਾ ਸੀ। ਜ਼ੁਲਮ ਵਿਰੁੱਧ ਖੜਨਾ ਸੀ, ਅੰਦਰੋਂ ਅੰਦਰੀ ਨਾ ਡਰਨਾ ਸੀ। ਬਗਾਵਤੀ ਝੰਡਾ ਹੱਥ ਫੜਨਾ ਸੀ, ਗਲਾ ਤਾਂ ਬੇਸ਼ੱਕ ਆਵਾਜ਼ ਨਹੀਂ ਕੱਢ ਰਿਹਾ, ਫੇਰ ਵੀ ਹੱਥ ਲਿਖਦਾ ਹੈ। ਐਵੇਂ ਨਾ ਕੋਈ ਜਾਇਓ, ਜ਼ੁਲਮ ਵਿਰੁੱਧ ਆਵਾਜ਼ ਉਠਾਇਓ, ਨਹੀਂ ਤਾਂ ਕਿਧਰੇ ਨਹੀਂ ਮਿਲਣੀ ਢੋਈ। ਮਾਂ ਨਾਲ ਤਾਂ ਕਦੇ ਕੋਈ ਗੱਲ ਹੀ ਨਾ ਹੋਈ, ਮਾਂ ਨਾਲ ਤਾਂ ਕਦੇ ਕੋਈ ਗੱਲ ਹੀ ਨਾ ਹੋਈ, ਮਾਂ ਨਾਲ ਤਾਂ ਆਸਿਫਾ ਇੱਕ ਪ੍ਰਵਾਜ਼ ਰੰਗਮੰਚ ਵੱਲੋਂ ਸ਼ਰਧਾਂਜਲੀ ਉਸ ਛੋਟੀ ਜੀ ਬੱਚੀ ਲਈ ਜਿਹੜੀ ਸਾਡੇ ਸਮਾਜ ਤੇ ਇੱਕ ਸਵਾਲ ਛੱਡ ਗਈ ਹੈ। ਸਾਡੇ ਦੇਸ਼ ਤੇ ਉਹ ਜਿਹੜੀਆਂ ਹਿੰਦੂਤਵੀ ਤਾਕਤਾਂ, ਮਨੋਵਾਦੀ ਤਾਕਤਾਂ ਸਾਨੂੰ ਅੱਜ ਸਦੀਆਂ ਤੋਂ ਰੋਲ ਰਹੀਆਂ, ਤੇ ਅੱਜ ਵੀ ਅਸੀਂ ਉਸੇ ਥਾਂ ਤੇ ਖੜੇ ਹਾਂ ਤੇ ਸਾਨੂੰ ਮਜਬੂਰ ਕੀਤਾ ਜਾ ਰਿਹਾ। ਤੇ ਅਸੀਂ ਸੋਚਣਾ ਅਸੀਂ ਹੈ ਕਿ ਅਸੀਂ ਕਦੋਂ ਲੜਨਾ ਹੈ, ਕਦੋਂ ਖੜਨਾ ਹੈ। ਆਓ ਵੇਖਦੇ ਹਾਂ ਸ਼ਰਧਾਂਜਲੀ। मेरी उम्र सी कच्ची, मैं निकी जई बच्ची, अनजान सी ऐना रात। मेरी उम्र सी कच्ची, मैं निकी जई बच्ची, अनजान सी ऐना रात। खोर किए लभया मेरे छोटे छोटे साथ। मेरी उम्र सी कच्ची, मैं निकी जई बच्ची, अनजान सी ऐना रात। मैं बिछड़ी अपनी मां तो, एह वैशी दरिंदे जो घूमदे ने सारे, दिखदे धरती दिया थावां चों। एह नादी भुख सी ते मेरी जिंदगी दस गुजरी केड़े पड़ावां चों। मेरी उम्र सी कच्ची, मैं निकी जई बच्ची, अनजान सी ऐना रात। मैं पुछना चाहता रब तैनू, की तेरे ने जो कर सकदे। एह काम दा देश जिस चों मैं गुजरी, छोटा बड़ा भी न जर सकदे। खामोश क्यों बैठे तू हाज़िर सी उथे, जद लंघदी सी ना तेरा साथ। मेरी उम्र सी कच्ची, मैं निकी जई बच्ची, अनजान सी ऐना रात। मेरी उम्र सी कच्ची,
ਬੱਚੀ ਅਣਜਾਣ ਸੀ ਇਹਨਾਂ ਰਾਹਾਂ ਤੋਂ ਖੌਰ ਕੀਏ ਲੱਭਿਆ ਹੋਣਾ ਮੇਰੇ ਛੋਟੇ ਛੋਟੇ ਸਾਹਾਂ ਚੋਂ ਮੇਰੀ ਉਮਰ ਸੀ ਕੱਚੀ ਮੈਂ ਨਿੱਕੀ ਜਿਹੀ ਬੱਚੀ ਅਣਜਾਣ ਸੀ ਇਹਨਾਂ ਰਾਹਾਂ ਤੋਂ ਮੇਰੀ ਉਮਰ ਸੀ ਕੱਚੀ ਮੈਂ ਨਿੱਕੀ ਜਿਹੀ ਬੱਚੀ ਅਣਜਾਣ ਸੀ ਇਹਨਾਂ ਰਾਹਾਂ ਤੋਂ ਮੈਂ ਤਾਂ ਸਮਝਦਾ ਸੀ ਕਿ ਮੰਦਿਰ ਇੱਕ ਪਾਕ ਤੇ ਪਵਿੱਤਰ ਜਗ੍ਹਾ ਹੁੰਦੀ ਹੈ। ਕਾਸ਼ ਕਿਤੇ ਮੈਂ ਮੰਦਿਰ ਅੰਦਰ ਵੇਖ ਆਇਆ ਹੁੰਦਾ ਤਾਂ ਅੱਜ ਮੇਰੀ ਧੀ ਅਸੀਫਾ ਜ਼ਿੰਦਾ ਹੁੰਦੀ। ਰੱਤ ਦੇ ਹੰਝੂ ਪੀ ਕੇ ਵੱਡੀਆਂ ਹੋਈਆਂ ਧੀਆਂ ਤੇਰੀਆਂ ਕੁੱਖੋਂ ਕੱਢੀਆਂ ਹੋਈਆਂ ਵੇਲਾਂ ਵਰਗੀਆਂ ਨਾਜ਼ੁਕ ਕੋਮਲ ਕਲੀਆਂ ਪਿੰਜਰੇ ਦੇ ਵਿੱਚ ਪਾ ਕੇ ਛੱਡੀਆਂ ਹੋਈਆਂ ਜੰਮੀਆਂ ਇਹ ਥਲ ਥੋੜਾਂ ਵਿੱਚ ਕਿਧਰੇ ਜੰਮੀਆਂ ਇਹ ਥਲ ਥੋੜਾਂ ਵਿੱਚ ਕਿਧਰੇ ਕਿੱਲਾਂ ਕਿਉਂ ਮੱਥੇ ਤੇ ਗੱਡੀਆਂ ਹੋਈਆਂ ਬੋਲ ਇਹਨਾਂ ਦੇ ਕਹਿਣ ਨੂੰ ਕਵਿਤਾ ਵਰਗੇ ਬੋਲ ਇਹਨਾਂ ਦੇ ਕਹਿਣ ਨੂੰ ਕਵਿਤਾ ਵਰਗੇ ਪਰ ਸੁੰਗੜ ਕੇ ਮੁੱਠਕ ਹੱਡੀਆਂ ਹੋਈਆਂ ਨੈਣ ਝੁਕੇ ਹੀ ਰਹਿਣ ਸੁਪਨਿਆਂ ਵਾਂਗੂ ਨੈਣ ਝੁਕੇ ਹੀ ਰਹਿਣ ਸੁਪਨਿਆਂ ਵਾਂਗੂ ਉਂਝ ਨਜ਼ਰਾਂ ਨੇ ਅੱਡੀਆਂ ਅੱਡੀਆਂ ਹੋਈਆਂ ਆਪਣੇ ਘਰ ਦਿੰਦੇ ਨੇ ਬੁਰਕੇ ਲੋਕੀ ਆਪਣੇ ਘਰ ਦਿੰਦੇ ਨੇ ਬੁਰਕੇ ਲੋਕੀ ਫਿਰ ਕਿਉਂ ਬਾਹਰ ਬਲਾਵਾਂ ਨੱਡੀਆਂ ਹੋਈਆਂ ਫਿਰ ਕਿਉਂ ਬਾਹਰ ਬਲਾਵਾਂ ਨੱਡੀਆਂ ਹੋਈਆਂ ਟੀਵੀ ਦੇ ਵਿੱਚ ਹਰ ਰੋਜ਼ ਅਖਬਾਰਾਂ ਦੇ ਵਿੱਚ ਆਉਂਦਾ ਹੈ ਕਿਤੇ 3 ਸਾਲ ਦੀ ਕੁੜੀ ਦੇ ਨਾਲ ਰੇਪ ਕਿਤੇ 5 ਸਾਲ ਦੀ ਕੁੜੀ ਦੇ ਨਾਲ ਰੇਪ ਕਿਤੇ 12 ਸਾਲ ਦੀ ਕੁੜੀ ਦੇ ਨਾਲ ਰੇਪ ਤਾਜ਼ੀ ਘਟਨਾ ਸਾਡੇ ਆਪਣੇ ਪੰਜਾਬ ਦੇ ਵਿੱਚ ਵੀ ਇੱਕ 4 ਸਾਲ ਦੀ ਕੁੜੀ ਦੇ ਨਾਲ ਰੇਪ ਕਿੱਧਰ ਨੂੰ ਜਾ ਰਿਹਾ ਸਾਡਾ ਸਮਾਜ ਕਿੱਧਰ ਨੂੰ ਅਸੀਂ ਇੱਕ ਕੋਰੀਓਗ੍ਰਾਫੀ ਕਰਿਆ ਕਰਦੇ ਹੁੰਦੇ ਸੀ ਰੱਜ ਰੱਜ ਕਰ ਲੈ ਪੜਾਈਆਂ ਧੀਏ ਮੇਰੀ ਚਿੱਟੀ ਪੱਗ ਨੂੰ ਦਾਗ ਨਾ ਲਾਈ ਜਦੋਂ ਇਹ ਘਟਨਾ ਘਟੀ ਹੈ ਅਸੀਂ ਕਸਮ ਖਾ ਲਈ ਹੈ ਕਿ ਅਸੀਂ ਇਹ ਕੋਰੀਓਗ੍ਰਾਫੀ ਕਦੇ ਨਹੀਂ ਕਰਨੀ ਕਾਰਨ ਅੱਜ ਕੱਲ ਕੁੜੀਆਂ ਨਹੀਂ ਅੱਜ ਕੱਲ ਮੁੰਡੇ ਪੱਗ ਨੂੰ ਦਾਗ ਲਾਉਂਦੇ ਨੇ ਹੁਣ ਕੁੜੀਆਂ ਨੂੰ ਸਮਝਾਉਣ ਦੀ ਲੋੜ ਨਹੀਂ ਹੁਣ ਮੁੰਡਿਆਂ ਨੂੰ ਸਮਝਾਉਣ ਦੀ ਲੋੜ ਹੈ ਕਿ ਜੇ ਤੁਸੀਂ ਬਾਹਰ ਇਹ ਕੰਮ ਕਰਦੇ ਤੁਹਾਡੇ ਘਰ ਤੁਹਾਡੀਆਂ ਧੀਆਂ ਤੁਹਾਡੀਆਂ ਭੈਣਾਂ ਵੀ ਮੌਜੂਦ ਨੇ ਉਹਨਾਂ ਦੇ ਨਾਲ ਵੀ ਇਹ ਕੰਮ ਹੋ ਸਕਦਾ ਹੈ ਇੱਕ ਹੱਥ ਬੰਨ੍ਹ ਕੇ ਬੇਨਤੀ ਹੈ ਮਾਪਿਆਂ ਅੱਗੇ ਕਿ ਆਪਣੀਆਂ ਧੀਆਂ ਨੂੰ ਪੜਾਓ ਲਿਖਾਓ ਤੇ ਉਹਨਾਂ ਨੂੰ ਆਪਣੀ ਰੱਖਿਆ ਕਿਵੇਂ ਕਰਨੀ ਹੈ ਇਹ ਵੀ ਸਮਝਾਓ ਉਹਨਾਂ ਨੂੰ ਆਖੋ ਕਿਸੇ ਤੋਂ ਡਰਨੇ ਦੀ ਲੋੜ ਨਹੀਂ ਉਹਨਾਂ ਨੂੰ ਆਖੋ ਕਿਸੇ ਤੋਂ ਡਰਨੇ ਦੀ ਲੋੜ ਨਹੀਂ ਜੇ ਤੁਹਾਡੇ ਵੱਲ ਕੋਈ ਅੱਖ ਦੇਖਦਾ ਹੈ ਚੱਕ ਕੇ ਤਾਂ ਉਹਦੀ ਅੱਖਾਂ ਦੇ ਵਿੱਚ ਫੁੱਲਾ ਮਾਰੋ ਯਕੀਨ ਕਰਨਾ ਜਦੋਂ ਵੀ ਇਹੋ ਜਿਹੀਆਂ ਘਟਨਾਵਾਂ ਵੇਖਦੇ ਆ ਸਾਡਾ ਗੱਜ ਭਰ ਆਉਂਦਾ ਹੈ ਦਿਲ ਕਰਦਾ ਕਿ ਇਸ ਜਹਾਨ ਤੋਂ ਅਸੀਂ ਵੀ ਇਹੋ ਜਿਹੀਆਂ ਘਟਨਾਵਾਂ ਦੇਖਣ ਤੋਂ ਪਹਿਲਾਂ ਹੀ ਮਰ ਮੁੱਕ ਕਿਉਂ ਨਹੀਂ ਜਾਂਦੇ ਇੱਕ ਹੱਥ ਬੰਨ੍ਹ ਕੇ ਬੇਨਤੀ ਕਿ ਮੁੰਡਿਆਂ ਨੂੰ ਸਮਝਾਓ ਕਿ ਘਰੇ ਵੀ ਧੀਆਂ ਭੈਣਾਂ ਨੇ ਬਹੁਤ ਬਹੁਤ ਮਿਹਰਬਾਨੀ ਕੌਣ ਸੁਰੱਖਿਅਤ ਹੈ ਤੇ ਅਸੀਂ ਕਿੱਥੇ ਖੜੇ ਆ ਅਸੀਂ ਕਦੇ ਲੰਗਰਾਂ ਪਿੱਛੇ ਲੜੀ ਜਾਂਦੇ ਹੁੰਨੇ ਆ ਤੇ ਕਦੇ ਸ਼ਰਾਬਾਂ ਪੀ ਕੇ ਆਪਣੇ ਬੱਚਿਆਂ ਨਾਲ ਤੇ ਕਦੇ ਘਰ ਵਾਲੀ ਨਾਲ ਸਾਰਾ ਦਿਨ ਦਾ ਪਤਾ ਨਹੀਂ ਅਸੀਂ ਕਦੋਂ ਜਾਗਾਂਗੇ ਤੇ ਸਾਡਾ ਰੰਗਮੰਚ ਇਹਨਾਂ ਸਮਾਜਿਕ ਕੁਰੀਤੀਆਂ ਦੇ ਵਿਰੁੱਧ ਹਮੇਸ਼ਾ ਤੋਂ ਲੜਦਾ ਆਇਆ ਤੇ ਲੜਦਾ ਰਹੇਗਾ ਤੇ ਜਿਹੜੇ ਸਵਾਲ ਨੇ
ਉਹ ਤੁਹਾਡੇ ਰੂਬਰੂ ਕਰਦਾ ਰਹੇਗਾ। ਜੈ ਗੁਰਦੇਵ ਧੰਨ ਗੁਰਦੇਵ, ਜੈ ਗੁਰਦੇਵ ਧੰਨ ਗੁਰਦੇਵ। ਕੋਈ ਜਾਣੇ ਨਾ ਜਾਣੇ ਮੇਰਾ ਸਤਿਗੁਰ ਦਿਲ ਦੀਆਂ ਜਾਣੇ, ਕੋਈ ਜਾਣੇ ਨਾ ਜਾਣੇ ਮੇਰਾ ਸਤਿਗੁਰ ਦਿਲ ਦੀਆਂ ਜਾਣੇ। ਕੋਈ ਜਾਣੇ ਨਾ ਜਾਣੇ ਮੇਰਾ ਸਤਿਗੁਰ ਦਿਲ ਦੀਆਂ ਜਾਣੇ, ਸਤਿਗੁਰ ਦਿਲ ਦੀਆਂ ਜਾਣੇ ਕਾਂਛੀ ਵਾਲਾ ਦਿਲ ਦੀਆਂ ਜਾਣੇ। ਕੋਈ ਜਾਣੇ ਨਾ ਜਾਣੇ ਮੇਰਾ ਸਤਿਗੁਰ ਦਿਲ ਦੀਆਂ ਜਾਣੇ। ਜੈ ਗੁਰਦੇਵ ਧੰਨ ਗੁਰਦੇਵ, ਜੈ ਗੁਰਦੇਵ ਧੰਨ ਗੁਰਦੇਵ। ਕੋਈ ਜਾਣੇ ਨਾ ਜਾਣੇ ਮੇਰਾ ਸਤਿਗੁਰ ਦਿਲ ਦੀਆਂ ਜਾਣੇ, ਕੋਈ ਜਾਣੇ ਨਾ ਜਾਣੇ ਮੇਰਾ ਸਤਿਗੁਰ ਦਿਲ ਦੀਆਂ ਜਾਣੇ। ਕੋਈ ਜਾਣੇ ਨਾ ਜਾਣੇ ਮੇਰਾ ਸਤਿਗੁਰ ਦਿਲ ਦੀਆਂ ਜਾਣੇ, ਸਤਿਗੁਰ ਦਿਲ ਦੀਆਂ ਜਾਣੇ ਕਾਂਛੀ ਵਾਲਾ ਦਿਲ ਦੀਆਂ ਜਾਣੇ। ਕੋਈ ਜਾਣੇ ਨਾ ਜਾਣੇ ਮੇਰਾ ਸਤਿਗੁਰ ਦਿਲ ਦੀਆਂ ਜਾਣੇ। ਜੈ ਗੁਰਦੇਵ ਧੰਨ ਗੁਰਦੇਵ, ਜੈ ਗੁਰਦੇਵ ਧੰਨ ਗੁਰਦੇਵ। ਕੋਈ ਜਾਣੇ ਨਾ ਜਾਣੇ ਮੇਰਾ ਸਤਿਗੁਰ ਦਿਲ ਦੀਆਂ ਜਾਣੇ, ਕੋਈ ਜਾਣੇ ਨਾ ਜਾਣੇ ਮੇਰਾ ਸਤਿਗੁਰ ਦਿਲ ਦੀਆਂ ਜਾਣੇ। ਕੋਈ ਜਾਣੇ ਨਾ ਜਾਣੇ ਮੇਰਾ ਸਤਿਗੁਰ ਦਿਲ ਦੀਆਂ ਜਾਣੇ, ਸਤਿਗੁਰ ਦਿਲ ਦੀਆਂ ਜਾਣੇ ਕਾਂਛੀ ਵਾਲਾ ਦਿਲ ਦੀਆਂ ਜਾਣੇ। ਕੋਈ ਜਾਣੇ ਨਾ ਜਾਣੇ ਮੇਰਾ ਸਤਿਗੁਰ ਦਿਲ ਦੀਆਂ ਜਾਣੇ। ਜੈ ਗੁਰਦੇਵ ਧੰਨ ਗੁਰਦੇਵ, ਜੈ ਗੁਰਦੇਵ ਧੰਨ ਗੁਰਦੇਵ। ਕੋਈ ਜਾਣੇ ਨਾ ਜਾਣੇ ਮੇਰਾ ਸਤਿਗੁਰ ਦਿਲ ਦੀਆਂ ਜਾਣੇ, ਕੋਈ ਜਾਣੇ ਨਾ ਜਾਣੇ ਮੇਰਾ ਸਤਿਗੁਰ ਦਿਲ ਦੀਆਂ ਜਾਣੇ। ਕੋਈ ਜਾਣੇ ਨਾ ਜਾਣੇ ਮੇਰਾ ਸਤਿਗੁਰ ਦਿਲ ਦੀਆਂ ਜਾਣੇ, ਸਤਿਗੁਰ ਦਿਲ ਦੀਆਂ ਜਾਣੇ ਕਾਂਛੀ ਵਾਲਾ ਦਿਲ ਦੀਆਂ ਜਾਣੇ। ਕੋਈ ਜਾਣੇ ਨਾ ਜਾਣੇ ਮੇਰਾ ਸਤਿਗੁਰ ਦਿਲ ਦੀਆਂ ਜਾਣੇ।